ਇੱਕ ਨਾ ਬੜੀ ਗੱਲ ਚੁੱਭਦੀ ਹੈ ਹਰੇਕ ਦੇ ਐਸਸੀ ਕਮਿਊਨਿਟੀ ਨੂੰ ਛੱਡ ਕੇ ਕਿ ਸੰਵਿਧਾਨ ਦੇ ਵਿੱਚ ਰਾਖਵਾਂਕਰਨ ਕਿਉਂ ਸੀ। ਬਹੁਤ ਸਾਰੀਆਂ ਸਰਕਾਰਾਂ ਰਾਖਵਾਂਕਰਨ ਦਾ ਵਿਰੋਧ ਵੀ ਕਰਦੀਆਂ ਤੇ ਫਿਰ ਆਪ ਵੀ ਰਾਖਵੇਂਕਰਨ ਦਾ ਸਪੋਰਟ 75 ਸਾਲ ਦੀ ਆਜ਼ਾਦੀ ਦੇ ਵਿੱਚ ਅੱਜ ਵੀ ਬਹੁਤਾ ਵਰਗ ਇਦਾਂ ਦਾ ਜਿਹਦੇ ਕੋਲ ਆਪਣੀ ਜ਼ਮੀਨ ਨਹੀਂ ਹੈ, ਬਹੁਤਾ ਵਰਗ ਇਦਾਂ ਦਾ ਜਿਹਦੇ ਕੋਲ ਆਪਣੇ ਰਹਿਣ ਦੇ ਵਾਸਤੇ ਘਰ ਵੀ ਨਹੀਂ ਹੈ, ਬਹੁਤਾ ਵਰਗ ਇਦਾਂ ਦਾ ਅੱਜ ਵੀ ਹੈ ਜਿਹਦੇ ਕੋਲ ਆਪਣੇ ਬੱਚੇ ਪੜ੍ਹਾਉਣ ਦੇ ਲਈ ਪੈਸਾ ਵੀ ਨਹੀਂ ਹੈ ਜਾਂ ਪੜ੍ਹਾਈ ਦੇ ਕੋਈ ਸਾਧਨ ਨਹੀਂ ਹੈਗੇ। ਬਹੁਤੇ ਲੋਕ ਇਦਾਂ ਦੇ ਵੀ ਆ ਜਿਹੜੇ ਫੁੱਟਪਾਥਾਂ ਤੇ ਸੌਂਦੇ ਨੇ, ਬਹੁਤੇ ਲੋਕ ਇਦਾਂ ਦੇ ਵੀ ਨੇ ਜਿਹੜੇ ਅੱਜ ਵੀ ਭੀਖ ਮੰਗਣ ਲਈ ਮਜਬੂਰ ਨੇ, ਬਹੁਤੇ ਲੋਕ ਅੱਜ ਵੀ ਇਦਾਂ ਦੇ ਨੇ ਜਿਹੜੇ ਬਿਨਾਂ ਇਲਾਜ ਤੋਂ ਇਸ ਧਰਤੀ ਤੋਂ ਚਲੇ ਜਾਂਦੇ ਨੇ। ਉਹਨਾਂ ਦੇ ਵਿੱਚ ਤੇ ਜ਼ਮੀਨ ਤੇ ਅਸਮਾਨ ਦਾ ਫਰਕ ਜਿਹੜਾ ਅੱਜ ਬਹੁਤ ਅਮੀਰੀ ਦਾ ਅੰਤਰੀ ਗਰੀਬੀ ਦਾ ਅੰਤਰੀ ਇਹ ਪਾੜਾ ਨੇੜੇ ਨਹੀਂ ਹੋਇਆ, ਸਗੋਂ ਵੱਧਦਾ ਜਾ ਰਿਹਾ। ਵੀ ਇੱਥੇ ਸੰਵਿਧਾਨ ਨੇ ਕਿੱਥੇ ਕੰਮ ਕੀਤਾ। ਆਪ ਜੀ ਦਾ ਅਸਲ 'ਚ ਮਕਸਦ ਤਾਂ ਇਹੀ ਸੀਗਾ ਕਿ ਹਰ ਇੱਕ ਦੀ ਪਹੁੰਚ ਦੇਵੇ, ਹਰ ਇੱਕ ਦੇ ਸਰਾਣੇ ਪਿਆ ਹੋਵੇ, ਵੇਲੇ ਕਵੇਲੇ ਇਹਨੂੰ ਹੌਲੀ ਹੌਲੀ ਪੜ੍ਹਨ ਦੀ ਕੋਸ਼ਿਸ਼ ਕਰੇ, ਉਹਦੇ ਗਿਆਨ ਦੇ ਵਿੱਚ ਵਾਧਾ ਹੋਵੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ, ਦੇਸ਼ ਤਰੱਕੀ ਕਰੇ, ਕਾਨੂੰਨ ਤੋਂ ਲੋਕ ਵਾਕਫ ਹੋਣ। ਤੁਹਾਡਾ ਉਪਰਾਲਾ ਤਾਂ ਚੰਗਾ ਸੀਗਾ ਪਰ ਲੋਕਾਂ ਨੇ ਇਹਨੂੰ ਅੱਜ ਫੈਸ਼ਨ ਬਣਾ ਲਿਆ। ਕਿਸੇ ਨੂੰ ਪਹਿਲਾਂ ਸਨਮਾਨਿਤ ਕੀਤਾ ਜਾਂਦਾ ਸੀ ਇੱਕ ਧਾਰਮਿਕ ਕਿਤਾਬ ਦੇ ਨਾਲ, ਹੁਣ ਹਰ ਇੱਕ ਸੋਸ਼ਲ ਮੀਡੀਆ ਫੇਸਬੁੱਕ ਵਟਸਐਪ ਤੇ ਜਦੋਂ ਅਸੀਂ ਦੇਖਦੇ ਹਾਂ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਹ ਅੰਗੀਠੀਆਂ ਤੇ ਸਿਲਫਾਂ ਤੇ ਸਜਿਆ ਸੰਵਿਧਾਨ ਦਾ ਅਨੁਵਾਦ ਤਾਂ ਤੁਹਾਡਾ ਇੱਕ ਕਿਤਾਬ ਤਾਂ ਪਈ ਹੈ ਪਰ ਉਹਨੂੰ ਫਰੋਲਦਾ ਕੋਈ ਨਹੀਂ, ਉੱਤੇ ਧੂੜ ਜੰਮੀ ਹੈ। ਬਹੁਤੇ ਲੋਕ ਚਲੋ ਪੜ੍ਹਦੇ ਵੀ ਹੋਣਗੇ ਪਰ ਬਹੁਤੀ ਗਿਣਤੀ ਜਿਹੜੀ ਆ ਉਹਨਾਂ ਨੇ ਇੱਕ ਗਿਫਟ ਦੇਣ ਦੇ ਵਜੋਂ ਹੀ ਇਹਨੂੰ ਵਰਤਿਆ ਜਾਂਦਾ ਹੈ। ਤੁਸੀਂ ਦੇਖ ਰਹੇ ਹੋ ਇਸ ਵੇਲੇ ਕਾਂਛੀ ਟੀਵੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੈ ਗੁਰਦੇਵ ਜੈ ਭੀਮ। ਥੋੜ੍ਹੇ ਦਿਨਾਂ ਤੱਕ 26 ਨਵੰਬਰ ਜਿਸ ਦਿਨ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ, 26 ਨਵੰਬਰ 1949 ਦੀ ਵਰ੍ਹੇਗੰਢ ਆ ਰਹੀ ਹੈ। ਪੂਰੇ ਸੰਸਾਰ ਭਰ ਦੇ ਵਿੱਚ ਸੰਵਿਧਾਨ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਣਾ ਹੈ। ਅੱਜ ਸੰਵਿਧਾਨ ਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ। ਮੇਰੇ ਨਾਲ ਉਹ ਖਾਸ ਸ਼ਖਸੀਅਤ ਹੈ ਜਿਸ ਸ਼ਖਸੀਅਤ ਨੇ ਭਾਰਤ ਦੇ ਸੰਵਿਧਾਨ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ, ਉਹ ਵੀ 3 ਐਡੀਸ਼ਨਾਂ ਦੇ ਵਿੱਚ, 1, 2 ਤੇ ਤੀਜਾ ਐਡੀਸ਼ਨ ਜਿਹੜਾ ਹੁਣ ਉਹ ਛਪ ਚੁੱਕੇ ਨੇ। ਇਹ ਜਿਹੜਾ ਸੰਵਿਧਾਨ ਹੈ ਇਹ ਇਸ ਤਰੀਕੇ ਦੇ ਨਾਲ ਇਹ ਪਹਿਲਾ ਐਡੀਸ਼ਨ, ਦੂਜਾ ਤੇ ਤੀਜਾ ਜਿਹੜਾ ਛਪ ਚੁੱਕਾ ਹੈ। ਡਾਕਟਰ ਇੰਦਰਜੀਤ ਕਜਲਾ, ਇੰਦਰਜੀਤ ਕੁਮਾਰ ਦੇ ਨਾਮ ਤੇ ਵੀ ਜਾਣਦੇ ਨੇ, ਇੰਦਰਜੀਤ ਕਜਲਾ ਜੀ ਮੇਰੇ ਨਾਲ ਨੇ ਅੱਜ। ਆਓ ਆਪਾਂ ਪਹਿਲਾਂ ਸਭ ਤੋਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਕਾਂਛੀ ਟੀਵੀ ਦੀ ਸਕਰੀਨ ਦੇ ਉੱਤੇ ਕਜਲਾ ਸਾਹਿਬ। ਗੁੜਾ ਸਾਹਿਬ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਹੋਰ ਸਭ ਠੀਕ ਹੋ ਜੀ? ਹਾਂਜੀ, ਬਹੁਤ ਵਧੀਆ ਜੀ। ਬਹੁਤ ਕਠਿਨਾਈਆਂ ਭਰਿਆ, ਮਿਹਨਤ ਭਰਿਆ ਇਹ ਕੰਮ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦਾ ਸੰਵਿਧਾਨ ਹੋਵੇ, ਭਾਰਤ ਦਾ ਕਾਨੂੰਨ ਹੋਵੇ, ਉਸ ਵੇਲੇ ਬਣਾਉਣ ਵੇਲੇ ਵੀ ਬੜਾ ਲੰਬਾ ਸਮਾਂ ਬਹੁਤੇ ਜਣਿਆਂ ਦਾ ਲੱਗਾ ਸੀਗਾ ਤੇ ਇਸ ਨੂੰ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਲੋਕਾਂ ਦੇ ਹੱਥਾਂ ਤੱਕ ਲਿਜਾਣ ਦਾ ਉਪਰਾਲਾ ਕਰਦੇ, ਇਸ ਲਈ ਤੁਹਾਡਾ ਧੰਨਵਾਦ ਵੀ ਹੈ। ਥੈਂਕ ਯੂ ਜੀ। ਤੁਸੀਂ ਕਿਹਨਾਂ ਤੋਂ ਪ੍ਰੇਰਿਤ ਹੋ ਕੇ ਇਹ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਦੇ ਲਈ ਤੁਸੀਂ ਕੋਸ਼ਿਸ਼ ਕੀਤੀ, ਯਤਨ ਕੀਤਾ? ਤੁਹਾਡਾ ਮਕਸਦ ਕੀ ਸੀਗਾ? ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਜਿਹੜੇ ਕਿਸੇ ਵੀ ਦੇਸ਼ ਦੇ ਕਾਨੂੰਨ ਹੁੰਦੇ ਆ ਜੀ, ਉਹ ਕਾਨੂੰਨ ਆਮ ਲੋਕਾਂ ਲਈ ਹੁੰਦੇ ਆ ਜੀ। ਕਿਉਂਕਿ ਜੇ ਲੋਕਾਂ ਨੂੰ ਕਾਨੂੰਨਾਂ ਦਾ ਪਤਾ ਹੀ ਨਹੀਂ ਹੋਊਗਾ ਤਾਂ ਉਹਨਾਂ ਦਾ ਪਾਲਣ ਕਿਵੇਂ ਕਰਨਗੇ। ਤੇ ਕਿਸੇ ਵੀ ਦੇਸ਼ ਦਾ ਜਿਹੜਾ ਸਰਵਉੱਚ ਕਾਨੂੰਨ ਹੁੰਦਾ ਉੱਥੇ ਦਾ ਸੰਵਿਧਾਨ ਹੁੰਦਾ ਆ ਜੀ। ਤੇ ਅਸੀਂ ਹਮੇਸ਼ਾ ਹੀ ਚਰਚਾ ਕਰਦੇ ਹਾਂ ਵੀ ਬਾਬਾ ਸਾਹਿਬ ਦੇ ਜਿਹੜੇ ਫੋਲੋਵਰ ਆ ਉਹ ਹਮੇਸ਼ਾ ਕਰਦੇ ਵੀ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਪਰ ਜਦੋਂ ਅਸੀਂ ਕਿਸੇ ਦੀ ਚਰਚਾ ਕਰਦੇ ਵੀ ਇਹ ਪੁੱਛੀਦਾ ਵੀ ਬਾਬਾ ਸਾਹਿਬ ਦੀ ਸੋਚ ਕਿੱਥੇ ਆ ਜੀ, ਤਾਂ ਉਹ ਦੱਸ ਨਹੀਂ ਪਾਉਂਦੇ। ਉਹਦੀ ਵਜ੍ਹਾ ਕੀ ਹੈਗੀ? ਉਹਦੀ ਵਜ੍ਹਾ ਇਹੀ ਸੀਗੀ ਵੀ ਬਾਬਾ ਸਾਹਿਬ ਦੀ ਸੋਚ ਸੰਵਿਧਾਨ ਦੇ ਅੰਦਰ ਦਰਜ ਆ, ਬਾਬਾ ਸਾਹਿਬ ਦੀ ਸੋਚ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਦਰਜ ਆ। ਤੇ ਉਹਨਾਂ ਲਿਖਤਾਂ ਜਿਹੜੀਆਂ ਮੋਸਟਲੀ ਜਿਹੜੀਆਂ ਬਾਬਾ ਸਾਹਿਬ ਦੀਆਂ ਹੈਗੀਆਂ ਜਾਂ ਤਾਂ ਮਰਾਠੀ ਭਾਸ਼ਾ 'ਚ ਹੋਣਗੀਆਂ ਜਾਂ ਅੰਗਰੇਜ਼ੀ ਭਾਸ਼ਾ 'ਚ ਹੋਣਗੀਆਂ ਜੀ। ਤੇ ਹੁਣ ਸਾਡਾ ਜਿਹੜਾ ਭਾਰਤ ਦੇਸ਼ ਆ ਇਹ ਬਹੁਭਾਸ਼ੀ
ਦੇਸ਼ ਹੈਗਾ। ਜੀ ਇਹਦੇ ਵਿੱਚ 22 ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀਆਂ ਸਰਕਾਰੀ ਭਾਸ਼ਾਵਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਰਾਜਾਂ ਦੀਆਂ ਹੋ ਗਈਆਂ, ਤੇ ਉਹਦੇ ਇਲਾਵਾ ਵੀ ਬਹੁਤ ਸਾਰੀਆਂ ਭਾਸ਼ਾਵਾਂ ਹੋਣਗੀਆਂ ਜਿਨ੍ਹਾਂ ਨੂੰ ਰਾਜ ਦੀ ਜਾਂ ਸਰਕਾਰ ਦੀ ਮਾਨਤਾ ਨਹੀਂ ਹੈਗੀ। ਤਾਂ ਇੰਨੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਦੇਖੋ ਵੀ ਅੰਗਰੇਜ਼ੀ ਬੋਲਣ ਵਾਲੇ ਕਿੰਨੇ ਰਹਿ ਜਾਂਦੇ ਨੇ, ਤਾਂ ਫਿਰ ਅੰਗਰੇਜ਼ੀ ਨੂੰ ਸਮਝਣ ਵਾਲੇ ਕਿੰਨੇ ਹੋਣਗੇ। ਹੁਣ ਪੰਜਾਬ ਦੀ ਸਾਡੀ ਜਾਂ ਸਾਡੇ ਸਮਾਜ ਦੀ, ਕਿਉਂਕਿ ਅਸੀਂ ਉੱਚ ਜਿਹੜੀ ਵਿੱਦਿਆ ਨਹੀਂ ਬਹੁਤ ਲੋਕ ਸਾਡੇ ਹਾਸਲ ਕਰ ਸਕੇ। ਅੱਜ ਵੀ ਅਸੀਂ ਦੇਖੀਏ ਤਾਂ ਜਿਹੜੀ ਭਾਰਤ ਦੀ ਲਿਟਰੇਸੀ ਰੇਟ ਆ ਉਹ 74 ਪੁਆਇੰਟ ਕੁਛ ਹੈਗੀ ਆ ਜੀ, ਮਤਲਬ 100% ਅਸੀਂ ਪੜ੍ਹੇ ਲਿਖੇ ਨਹੀਂ ਹੈਗੇ। ਤਾਂ ਉਹਦੇ ਵਿੱਚੋਂ ਵੀ ਜਿਹੜੇ ਸਾਈਨ ਕਰਨ ਜਾਣਦੇ ਆ ਸਿਰਫ ਉਹੀ ਸਾਈਨ ਕਰਦੇ, ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ। ਕਿਉਂਕਿ ਉਹ ਡਾਟੇ ਦੇ ਮੇਰਾ ਮੰਨਣਾ ਹੁੰਦਾ ਵੀ 50% ਤੋਂ ਵੱਧ ਲੋਕ ਪੜ੍ਹੇ ਲਿਖੇ ਨਹੀਂ ਜਿਹੜੇ ਕੋਈ ਭਾਸ਼ਾ ਨੂੰ ਪੜ੍ਹ ਲੈਂਦੇ ਹੋਣ। ਤਾਂ ਉੱਥੇ ਇਹ ਰਹਿੰਦਾ ਵੀ ਜਿਹੜੇ ਇੰਨੇ ਲੋਕ ਅਨਪੜ੍ਹ ਨੇ ਜਾਂ ਸਿਰਫ ਸਾਈਨ ਕਰਨਾ ਹੀ ਜਾਣਦੇ ਨੇ, ਉਸ ਦੇਸ਼ ਦੇ ਵਿੱਚ ਉਹ ਲੋਕ ਕਾਨੂੰਨ ਨੂੰ ਕਿੱਦਾਂ ਸਮਝਣਗੇ। ਤਾਂ ਫਿਰ ਸਾਡੀ ਜਿਹੜੀ ਮੇਰੇ ਦਿਮਾਗ 'ਚ ਇਹ ਮਤਲਬ ਇਹ ਕੋਸ਼ਿਸ਼ ਸੀਗੀ ਵੀ ਯਾਰ ਅਸੀਂ ਇਸ ਸੰਵਿਧਾਨ ਦੀ ਹਮੇਸ਼ਾ ਗੱਲ ਕਰਦੇ ਹਾਂ, ਸਾਨੂੰ ਲੱਗਦਾ ਵੀ ਬਾਬਾ ਸਾਹਿਬ ਦਾ ਇੱਕ ਜਿਹੜੇ ਮਹਾਨ ਕੰਮਾਂ ਦੇ ਵਿੱਚੋਂ ਇੱਕ ਕੰਮ ਉਹਨਾਂ ਦਾ ਇਹ ਵੀ ਆ। ਉਹਨਾਂ ਨੇ ਬਹੁਤ ਸਾਰੇ ਮਹਾਨ ਕੰਮ ਕੀਤੇ ਤੇ ਉਹਦੇ ਵਿੱਚੋਂ ਇੱਕ ਕੰਮ ਸੰਵਿਧਾਨ ਦੀ ਰਚਨਾ ਕਰਨਾ ਵੀ ਆ। ਪਰ ਲੋਕਾਂ ਨੂੰ ਅੱਜ ਤੱਕ ਜੇ ਪੁੱਛੀਏ ਵੀ ਕੀ ਤੁਸੀਂ ਸੰਵਿਧਾਨ ਪੜ੍ਹਿਆ ਆ, ਤਾਂ ਉਹਨਾਂ ਦਾ ਜਵਾਬ ਕੋਈ ਸਾਨੂੰ ਮਤਲਬ ਇੱਕ ਸਹੀ ਤਰੀਕੇ ਦਾ ਮਤਲਬ ਜਿਹੜਾ ਆਪਾਂ ਕਹਿ ਸਕਦੇ ਵੀ ਸੰਤੁਸ਼ਟੀਪੂਰਨ ਨਹੀਂ ਮਿਲਦਾ। ਤਾਂ ਇਹ ਜਿਹੜੀ ਮੈਨੂੰ ਮਤਲਬ ਦੂਜੀ ਗੱਲ ਜਦੋਂ ਫਿਰ ਮੇਰੇ ਦਿਮਾਗ 'ਚ ਇਹ ਵੀ ਗੱਲ ਚੱਲਦੀ ਸੀ, ਕਿਉਂਕਿ ਮੈਂ ਖੁਦ ਪਿੰਡ ਨੂੰ ਬਿਲੋਂਗ ਕਰਦਾ ਜੀ, ਪਿੰਡ ਦੇ ਵਿੱਚ ਰਹਿਣਾ, ਤੇ ਪਿੰਡਾਂ ਦੀ ਜਿਹੜੀ ਸਾਡੀ ਕਹਿ ਲਓ ਵੀ ਬਹੁ ਗਿਣਤੀ ਲੋਕ ਆ, ਅੰਗਰੇਜ਼ੀ ਦੀ ਕੋਈ ਵਧੀਆ ਨਹੀਂ ਹੈਗੀ। ਤਾਂ ਉੱਥੇ ਜਿਹੜਾ ਫਿਰ ਮੈਨੂੰ ਸੀਗਾ ਵੀ ਯਾਰ ਜੇ ਸੰਵਿਧਾਨ ਅਸੀਂ ਅੱਜ ਪੜ੍ਹ ਗਏ ਆ, ਇੰਨੇ ਕੁ ਯੋਗ ਹੋ ਗਏ ਆ ਵੀ ਅਸੀਂ ਚਲੋ ਇੰਗਲਿਸ਼ ਨੂੰ ਸਮਝ ਸਕਦੇ ਆ, ਤਾਂ ਮੈਨੂੰ ਲੱਗਦਾ ਹੁੰਦਾ ਵੀ ਸਾਡੇ ਜਿਹੜੇ ਲੋਕ ਆ ਘੱਟ ਪੜ੍ਹੇ, 5 ਪੜ੍ਹੇ, 10 ਪੜ੍ਹੇ, ਉਹਨਾਂ ਲਈ ਵੀ ਕੁਛ ਕੀਤਾ ਜਾਵੇ। ਕਿਉਂਕਿ ਮੈਂ ਇਹ ਵੀ ਨਾਲ ਇੱਥੇ ਦਰਸ਼ਕਾਂ ਨੂੰ ਦੱਸਣਾ ਜ਼ਰੂਰ ਚਾਹੁੰਦਾ ਆ ਵੀ ਜਿਹੜਾ ਭਾਰਤੀ ਸੰਵਿਧਾਨ ਦਾ ਅਨੁਵਾਦ ਮੈਂ ਪਹਿਲੀ ਵਾਰੀ ਮੈਂ ਨਹੀਂ ਕੀਤਾ ਹੈਗਾ। ਜੇ ਤੁਸੀਂ ਕਹੋਗੇ ਵੀ ਮੈਂ ਇਹ ਕਲੇਮ ਕਰਦਾ ਵੀ ਮੈਂ ਪਹਿਲਾ ਵਿਅਕਤੀ ਹਾਂ, ਮੈਂ ਪਹਿਲਾ ਵਿਅਕਤੀ ਨਹੀਂ ਹੈਗਾ। ਕਿਉਂਕਿ ਮੇਰੇ ਤੋਂ ਪਹਿਲਾਂ ਜਿਹੜਾ ਭਾਸ਼ਾ ਵਿਭਾਗ ਪੰਜਾਬ ਆ ਉਹਨੇ 1953 'ਚ ਅਨੁਵਾਦ ਕੀਤਾ ਜੀ। ਉਦੋਂ ਬਾਅਦ 2015 ਦੇ ਵਿੱਚ ਮਤਲਬ ਉਦੋਂ ਬਾਅਦ ਭਾਰਤ ਸਰਕਾਰ ਨੇ ਵੀ ਕੀਤਾ, ਤੇ 15 ਦੇ ਵਿੱਚ ਜਿਹੜਾ ਮੈਨੂੰ ਲੇਟੈਸਟ ਮਿਲਦਾ ਸੀ। ਉਦੋਂ ਬਾਅਦ ਹੁਣ 2021 ਦੇ ਵਿੱਚ 105ਵੀਂ ਸੋਧ ਦੇ ਨਾਲ ਭਾਰਤ ਸਰਕਾਰ ਨੇ ਵੀ ਅਨੁਵਾਦ ਕੀਤਾ ਹੈ ਜੀ। ਇਦਾਂ ਹੀ ਸਾਡੇ ਮਿਸ਼ਨਰੀ ਲੇਖਕ ਸਤਿਕਾਰਯੋਗ ਲੇਖਕ ਸੋਹਣ ਸਹਿਜਲ ਜੀ ਹੁਣਾਂ ਨੇ ਵੀ ਅਨੁਵਾਦ ਕੀਤਾ। ਤਾਂ ਮੈਂ ਜਦੋਂ ਕੰਪੈਰੀਜ਼ਨ ਕਰਦਾ ਆ ਤਾਂ ਕਿਤੇ ਨਾ ਕਿਤੇ ਜਿਹੜੇ ਅਨੁਵਾਦ ਹੋ ਚੁੱਕੇ ਸੀਗੇ, ਚਾਹੇ ਭਾਸ਼ਾ ਵਿਭਾਗ ਦਾ ਸੀਗਾ, ਚਾਹੇ ਉਹ ਭਾਰਤ ਸਰਕਾਰ ਦਾ ਸੀਗਾ, ਉਹਨਾਂ 'ਚ ਜਿਹੜੇ ਸ਼ਬਦ ਆ ਉਹ ਸੰਸਕ੍ਰਿਤ ਦੇ, ਹਿੰਦੀ ਦੇ ਸ਼ਬਦ ਵਰਤੀ ਜਾ ਰਹੇ ਆ, ਜਿਨ੍ਹਾਂ ਨੂੰ ਸਮਝਣਾ ਇੱਕ ਕਹਿ ਲਓ ਵੀ ਜੇ ਮੈਂ ਕਹਾਂ ਵੀ MA ਪੰਜਾਬੀ ਪੜ੍ਹਿਆ ਵੀ ਅਸੀਂ ਕਹਿ ਲਈਏ, ਉਹ ਵੀ ਉਹਦੀ ਵਿਆਖਿਆ ਜਾਂ ਉਹਨੂੰ ਸਮਝ ਨਹੀਂ ਸਕਦਾ। ਤਾਂ ਉਹ ਜਿਹੜੀ ਚੀਜ਼ ਮੈਨੂੰ ਵੀ ਕਿਤੇ ਨਾ ਕਿਤੇ ਉਹ ਰੜਕਦੀ ਸੀਗੀ। ਤੇ ਮੈਨੂੰ ਲੱਗਦਾ ਵੀ ਜੇ ਅਸੀਂ, ਕਿਉਂਕਿ ਬਾਬਾ ਸਾਹਿਬ ਨੇ ਇਹ ਵੀ ਕਿਹਾ ਵੀ ਜਦ ਤੱਕ ਤੁਹਾਡੇ ਪੜ੍ਹਨ ਲਿਖਣ ਦਾ ਫਾਇਦਾ ਤੁਹਾਡੇ ਸਮਾਜ ਨੂੰ ਨਹੀਂ ਹੁੰਦਾ ਤਾਂ ਤੁਹਾਡੀ ਉਹ ਪੜ੍ਹਾਈ ਕਿਸੇ ਕੰਮ ਦੀ ਨਹੀਂ। ਤੇ ਜੇ ਤਾਂ ਮੈਨੂੰ ਲੱਗਦਾ ਸੀਗਾ ਵੀ ਮੈਨੂੰ ਇਹ ਕੰਮ ਕਰਨਾ ਚਾਹੀਦਾ, ਤਾਂ ਇੱਥੋਂ ਮੈਨੂੰ ਸੇਧ ਮਿਲੀ ਆ। ਕਿਉਂਕਿ ਬਾਬਾ ਸਾਹਿਬ ਦੀ ਸੰਘਰਸ਼ ਨੂੰ ਅਸੀਂ ਸਲਾਮ ਕਰਦੇ ਹਮੇਸ਼ਾ ਵੀ ਉਹਨਾਂ ਦਾ ਜੋ ਸੰਘਰਸ਼ ਆ, ਪਰ ਲੋਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਉਹਨਾਂ ਨੇ ਕਿੰਨਾ ਸੰਘਰਸ਼ ਤੇ ਕਿਹੜੀ ਚੀਜ਼ ਦੀ ਪ੍ਰਾਪਤੀ ਲਈ ਕੀਤਾ ਤੇ ਜੋ ਸੰਵਿਧਾਨ 'ਚ ਦਰਜ ਕੀਤਾ। ਬਿਲਕੁਲ ਜੀ, ਇਹ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ। ਦਰਸ਼ਕ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਸੰਵਿਧਾਨ ਨੂੰ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਤੁਹਾਡੇ ਲਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋਣਗੇ ਕਿ ਤੁਸੀਂ ਕਿੱਥੋਂ ਤੱਕ ਸਟੱਡੀ ਕੀਤੀ, ਔਰ ਜਿਵੇਂ ਤੁਸੀਂ ਦੱਸਿਆ ਵੀ ਹੈ ਕਿ ਛੋਟੇ ਜਿਹੇ ਪਿੰਡ ਦੇ ਵਿੱਚ ਜਨਮ ਹੋਇਆ। ਗੁੜਾ ਸਾਹਿਬ, ਮੈਂ ਉੱਚਾ ਪਿੰਡ ਫਗਵਾੜੇ ਦੇ ਵਿੱਚ ਪੈਂਦਾ, ਤਹਿਸੀਲ ਫਗਵਾੜਾ ਜੀ, ਤੇ ਉੱਥੇ ਮੇਰਾ ਜਨਮ ਹੋਇਆ ਜੀ। ਤੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਮੈਂ 10ਵੀਂ ਦੀ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਜੀ। ਉਦੋਂ ਬਾਅਦ ਇੱਥੇ ਫਗਵਾੜੇ ਬॉयਜ਼ ਸਕੂਲ ਆ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਲਈ ਹੈਗਾ, ਮੁੰਡਿਆਂ ਲਈ, +2 ਤੱਕ ਉੱਥੇ ਕੀਤੀ। ਉਦੋਂ ਬਾਅਦ ਮੈਂ BA ਗੁਰੂ ਨਾਨਕ ਕਾਲਜ ਸੁਖਚੈਨ ਸਾਹਿਬ ਤੋਂ ਫਗਵਾੜਾ ਤੋਂ ਕੀਤੀ ਜੀ। ਫਿਰ ਮੇਰਾ ਮਤਲਬ ਮੈਂ ਉਦੋਂ ਬਾਅਦ ਲਾਅ ਕਰਨ ਲਈ, LLB ਕਰਨ ਲਈ ਮੇਰਾ ਥੋੜਾ ਗੈਪ ਵੀ ਪੈ ਗਿਆ। ਕਹਿ ਲਓ ਵੀ ਆਪਣੇ ਸਮਾਜ ਨੂੰ ਗਾਈਡੈਂਸ ਨਹੀਂ ਸੀ, ਤਾਂ ਮੇਰਾ ਉਹ 2 ਸਾਲ ਵੀ ਮੇਰੇ ਸਟੱਡੀ ਤੋਂ ਬਾਅਦ, BA ਕਰਨ ਤੋਂ ਬਾਅਦ ਮੇਰੇ ਖਰਾਬ ਹੋਏ, ਮੈਂ ਕਹਿੰਦਾ ਹੁੰਦਾ ਕਈ ਵਾਰੀ। ਤੇ ਉਦੋਂ ਬਾਅਦ ਮੈਨੂੰ ਲਾਅ ਕਰਨ ਲਈ ਮੈਂ ਕਰ ਗਿਆ। ਪਰ ਜਦੋਂ ਮੈਂ ਲਾਅ ਕਰਨ ਗਿਆ ਤਾਂ ਉੱਥੇ ਮੈਨੂੰ ਬੜੀ ਤਕਲੀਫ ਹੋਈ, ਕਿਉਂਕਿ ਜਦੋਂ ਇੱਥੋਂ ਅਸੀਂ ਪੰਜਾਬੀ ਮੀਡੀਅਮ ਤੇ ਸਾਡੀ ਇੰਗਲਿਸ਼, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੇ ਪੰਜਾਬੀ ਆ ਜਾਂ ਅਸੀਂ ਜਿੱਦਾਂ ਦੇ ਸਰਕਾਰੀ ਸਕੂਲਾਂ ਦੇ ਸਿਸਟਮ 'ਚੋਂ ਪੜ੍ਹ ਕੇ ਗਏ, ਸਾਡੀ ਇੰਗਲਿਸ਼ ਕੋਈ ਬਹੁਤ ਵਧੀਆ ਨਹੀਂ ਹੁੰਦੀ। ਤਾਂ ਆਪਾਂ ਡਰਦੇ ਰਹਿਣਾ ਵੀ ਯਾਰ ਇਹ 'ਚੋਂ ਸਪਲੀ ਨਾ ਆ ਜਾਵੇ, ਕੰਪਾਰਟਮੈਂਟ ਨਾ ਆ ਜਾਵੇ। ਤਾਂ ਅਸੀਂ ਪੜ੍ਹਨਾ, ਤੇ ਨਾਲ ਜਦੋਂ ਸੰਵਿਧਾਨ ਦਾ ਸਬਜੈਕਟ ਸਾਨੂੰ ਪਹਿਲੇ ਸਾਲ ਲੱਗ ਗਿਆ ਉੱਥੇ ਪੜ੍ਹਨ ਲਈ, ਤਾਂ ਨਾਲ ਅਸੀਂ ਡਿਕਸ਼ਨਰੀ ਰੱਖ ਲੈਣੀ ਪੰਜਾਬੀ ਦੀ, ਇੰਗਲਿਸ਼ ਦੀ, ਤੇ ਉਹਦੇ ਵਿੱਚੋਂ ਮੀਨਿੰਗ ਦੇਖਣੇ। ਪਰ ਉਹ 'ਚੋਂ ਵੀ ਕਈ ਵਾਰੀ ਸਾਨੂੰ ਪ੍ਰੋਪਰ ਮੀਨਿੰਗ ਨਹੀਂ ਮਿਲਦੇ ਸੀਗੇ ਵੀ ਜਿਹੜੇ ਸਾਨੂੰ ਸਮਝਾ ਸਕਣ। ਤਾਂ ਸਾਨੂੰ ਉੱਥੇ ਉਸ ਵੇਲੇ ਵੀ ਸਾਡੇ ਦਿਮਾਗ 'ਚ ਵੀ ਯਾਰ
ਵੀ ਮੈਂ ਇਹੀ ਸੋਚਦਾ ਹੁੰਦਾ ਵੀ ਮੈਂ ਕਿਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਕੇ ਗਲਤੀ ਤਾਂ ਨਹੀਂ ਕਰ ਲਈ, ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਲੈਣੀ ਚਾਹੀਦੀ ਸੀ ਐਡਮਿਸ਼ਨ। ਕਿਉਂ? ਕਿਉਂਕਿ ਉਹ ਜਿਹੜੀ ਯੂਨੀਵਰਸਿਟੀ ਆ ਉਹ ਪੰਜਾਬੀ ਦੇ ਵਿੱਚ ਕਾਨੂੰਨ ਕਰਾਉਂਦੀ ਆ, ਲਾ, ਤੇ ਉੱਥੇ ਪੰਜਾਬੀ 'ਚ ਪੜ੍ਹਾਏ ਜਾਂਦੇ। ਤੇ ਮੈਂ ਕਿਹਾ ਵੀ ਮੈਨੂੰ ਉੱਥੇ ਚਾਹੀਦਾ। ਤੇ ਇਸ ਕਰਕੇ ਜਿਹੜੀ ਇਹ ਚੱਲਦਾ ਆ ਇੱਦਾਂ। ਇਹ ਤੋਂ ਬਾਅਦ ਫਿਰ ਮੈਂ ਮੇਰਾ ਉਹ ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ ਹੈ, ਮੈਂ ਟੀਚਿੰਗ ਦੇ ਵਿੱਚ ਆਉਣਾ। ਤਾਂ ਟੀਚਿੰਗ ਦੇ ਵਿੱਚ ਵੀ ਜਦੋਂ ਮੈਂ ਆਇਆ ਉੱਥੇ ਵੀ ਮਹਿਸੂਸ ਕੀਤਾ ਵੀ ਜਿਹੜੇ ਬੱਚੇ ਆ ਸਾਡਾ, ਮੈਂ ਸੇਂਟ ਸੋਲਜਰ ਲਾਅ ਕਾਲਜ 'ਚ ਬਤੌਰ ਸਹਾਇਕ ਪ੍ਰੋਫੈਸਰ ਦੀਆਂ ਸੇਵਾਵਾਂ ਦੇ ਰਿਹਾ ਹਾਂ। ਤੇ ਜਦੋਂ ਬੱਚਿਆਂ ਦੇ ਨਾਲ ਪਿੰਡਾਂ ਤੋਂ ਆਉਂਦੇ ਆ ਤਾਂ ਉਹ ਕਈ ਵਾਰੀ ਆ ਕੇ ਕਹਿੰਦੇ ਸਰ ਸਾਡੀ ਇੰਗਲਿਸ਼ ਦੀ ਪ੍ਰੋਬਲਮ ਆ, ਸਾਨੂੰ ਸਬਜੈਕਟਸ ਮਤਲਬ ਸਮਝ ਨਹੀਂ ਲੱਗਦੇ। ਤਾਂ ਉਹ ਜਿਹੜੀ ਚੀਜ਼ ਫਿਰ ਉਹ ਜਦੋਂ ਕਰਦੇ ਆ ਤਾਂ ਉਹਦੇ ਨਾਲ ਨਾਲ ਮੈਂ PhD ਕਰ ਰਿਹਾ ਸੀ ਲਾਅ ਦੇ ਵਿੱਚ। ਤੇ ਉਹ PhD ਕਰਨ ਦੇ ਨਾਲ ਫਿਰ ਜਦੋਂ PhD ਖਤਮ ਕੀਤੀ ਮੇਰੀ 2019, ਤੇ ਮੈਂ ਨਾਲ ਹੀ ਜਿਹੜਾ ਇਹ ਆਪਣਾ ਟਾਸਕ ਸੀਗਾ ਸ਼ੁਰੂ ਕਰ ਲਿਆ ਸੀਗਾ ਟਰਾਂਸਲੇਸ਼ਨ ਦਾ। 19 ਤੋਂ ਪਹਿਲਾਂ ਹੀ ਮਤਲਬ ਮੇਰਾ ਹੋ ਗਿਆ ਸੀਗਾ, ਕਹਿਣ ਦਾ ਮਤਲਬ ਜਦੋਂ PhD ਥੀਸਿਸ ਮੇਰਾ ਸਬਮਿਟ ਹੋ ਗਿਆ 18 ਦੇ ਵਿੱਚ, ਤੇ ਉਦੋਂ ਬਾਅਦ ਮੈਂ ਨਾਲ ਹੀ ਸ਼ੁਰੂ ਕਰ ਲਿਆ ਸੀਗਾ। ਤੇ ਇਹ ਦੇਖ ਲਓ 1 ਜਨਵਰੀ ਜਿਸ ਦਿਨ ਭੀਮਾ ਕੋਰੇ ਗਾਉਂ ਦੇ ਅਸੀਂ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ 1 ਜਨਵਰੀ, ਤੇ ਉਸ ਦਿਨ ਫਿਰ ਅਸੀਂ ਇਹ ਸੰਵਿਧਾਨ ਦਾ ਜਿਹੜਾ ਮੈਂ ਐਡੀਸ਼ਨ ਰਿਲੀਜ਼ ਕੀਤਾ ਸੀ। ਕਿਉਂਕਿ ਇਹੀ ਸੀਗੀ ਕੋਸ਼ਿਸ਼ ਵੀ ਜੇ ਮੇਰੇ ਮਾਂ ਪਿਓ ਨਹੀਂ ਜ਼ਿਆਦਾ ਪੜ੍ਹੇ, ਮੇਰੇ ਭੈਣ ਭਰਾ ਨਹੀਂ ਪੜ੍ਹੇ, ਤਾਂ ਮੈਂ ਉਹਨਾਂ ਨੂੰ ਕਿੱਦਾਂ ਇਸ ਸੰਵਿਧਾਨ ਸੰਬੰਧੀ ਜਾਣਕਾਰੀ ਦੇ ਸਕਦਾ, ਕਿੱਦਾਂ ਉਹਨਾਂ ਨੂੰ ਜੋੜ ਸਕਦਾ। LLB ਤੋਂ ਬਾਅਦ ਫਿਰ ਤੁਸੀਂ ਕੀ ਕੀਤਾ? LLB ਤੋਂ ਬਾਅਦ ਮੈਂ ਮਾਸਟਰ ਆਫ ਲਾਅ ਕੀਤੀ ਜੀ। 2009 ਦੇ ਵਿੱਚ ਮੇਰੀ LLB ਕੰਪਲੀਟ ਹੋਈ। ਫਿਰ ਰੀਜਨਲ ਕੈਂਪਸ ਜਲੰਧਰ, ਖੇਤਰੀ ਜਿਹੜਾ ਕੇਂਦਰ ਜਲੰਧਰ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਉਸ ਤੋਂ ਮੈਂ LLM ਕੀਤੀ 2011 ਦੇ ਵਿੱਚ। ਫਿਰ ਇੱਕ ਸਾਰੇ ਦਰਸ਼ਕਾਂ ਨੂੰ ਜਿਹੜੇ ਟੀਚਿੰਗ ਲਾਈਨ ਨਾਲ ਜੁੜੇ ਉਹਨਾਂ ਨੂੰ ਪਤਾ ਵੀ ਇੱਕ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਦਿੱਲੀ, ਉਹ ਇੱਕ ਟੈਸਟ ਕੰਡਕਟ ਕਰਦੀ, ਉਹਨੂੰ ਅਸੀਂ ਨੈਟ ਕਹਿੰਦੇ ਹਾਂ, ਨੈਸ਼ਨਲ ਐਲੀਜੀਬਿਲਟੀ ਟੈਸਟ। ਉਹ ਪ੍ਰੋਫੈਸਰ ਲੱਗਣ ਲਈ ਜਾਂ ਅਸਿਸਟੈਂਟ ਪ੍ਰੋਫੈਸਰ ਲੱਗਣ ਲਈ ਕਾਲਜ ਲਈ ਜ਼ਰੂਰੀ ਹੁੰਦਾ। ਫਿਰ ਉਹ ਦਿੱਤਾ। ਉਹ ਤੋਂ ਬਾਅਦ ਮੈਂ ਨਾਲ PhD ਲਈ ਜੁਆਇਨ ਕਰ ਗਿਆ ਸੀਗਾ। ਤੇ ਫਿਰ ਮੈਨੂੰ ਜਿਹੜੇ ਸੇਂਟ ਸੋਲਜਰ ਲਾਅ ਕਾਲਜ 'ਚ ਜੋਬ ਮਿਲ ਗਈ ਸੀ, ਪ੍ਰਾਈਵੇਟ ਜੋਬ, ਤੇ ਮੈਂ ਉਹਦੇ ਨਾਲ ਜੋਬ ਕੀਤੀ। ਤੇ ਫਿਰ ਨਾਲ ਮੈਂ PhD ਕੀਤੀ। PhD ਕਰਨ ਤੋਂ ਬਾਅਦ ਵੀ ਮੈਂ ਪੜ੍ਹਾਈ, ਕਿਉਂਕਿ ਮੇਰੇ ਜਿਹੜੇ ਰੋਲ ਮਾਡਲ ਆ, ਮੈਂ ਹਮੇਸ਼ਾ ਜਿੰਨੀਆਂ ਵੀ ਇੰਟਰਵਿਊ ਆ ਜਾਂ ਜਿੰਨੀਆਂ ਵੀ ਸਟੇਜਾਂ ਤੋਂ ਮੈਂ ਹਮੇਸ਼ਾ ਕਹਿੰਦਾ ਵੀ ਜਿਹੜੇ ਮੇਰੇ ਰੋਲ ਮਾਡਲ ਨੇ ਉਹ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਨੇ, ਜਿਨ੍ਹਾਂ ਨੂੰ ਦੇਖ ਕੇ ਸਾਨੂੰ ਲੱਗਦਾ ਵੀ ਪੜ੍ਹਾਈ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਉਨੀ ਥੋੜ੍ਹੀ ਆ। ਉਸ ਤੋਂ ਬਾਅਦ ਫਿਰ ਮੈਂ PhD ਤੋਂ ਬਾਅਦ ਬਾਬਾ ਸਾਹਿਬ ਦੇ ਜੀਵਨ ਤੇ ਵਿਚਾਰਧਾਰਾ ਦੇ ਉੱਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦਿੱਲੀ ਆ, ਉਹ 6 ਮਹੀਨੇ ਦਾ ਸਰਟੀਫਿਕੇਟ ਕੋਰਸ ਕਰਾਉਂਦੀ ਆ। ਫਿਰ ਮੈਂ ਉਹ ਕੀਤਾ। ਉਸ ਤੋਂ ਬਾਅਦ ਵੀ ਫਿਰ ਮੈਨੂੰ ਲੱਗਦਾ ਸੀ ਵੀ ਜਿਹੜਾ ਰਾਜਨੀਤੀ ਬਹੁਤ ਇੱਕ ਅਹਿਮ ਸਬਜੈਕਟ ਆ, ਕਿਉਂਕਿ ਬਾਬਾ ਸਾਹਿਬ ਨੂੰ ਵੀ ਬਹੁਤ ਜ਼ਿਆਦਾ ਗਿਆਨ ਸੀਗਾ। ਤਾਂ ਮੈਂ MA ਪੋਲੀਟੀਕਲ ਸਾਇੰਸ ਕੀਤੀ ਫਿਰ ਉਸੇ ਯੂਨੀਵਰਸਿਟੀ ਤੋਂ, ਇਗਨੋ ਤੋਂ। ਉਸ ਤੋਂ ਬਾਅਦ ਮੈਂ ਹੁਣ ਵੀ, ਜੇ ਮੈਨੂੰ ਹੁਣ ਵੀ ਪੁੱਛਦੇ ਵੀ ਹੁਣ ਤੁਸੀਂ ਕੀ ਕਰ ਰਹੇ ਆ, ਤਾਂ ਮੈਂ ਹੁਣ ਵੀ MA ਸੋਸ਼ੀਓਲੋਜੀ ਕਰ ਰਿਹਾ ਜੀ। ਤੇ ਮੇਰਾ 1 ਸਾਲ ਹੋ ਗਿਆ ਤੇ 1 ਸਾਲ ਰਹਿ ਗਿਆ। ਤੇ ਸਟੱਡੀ ਨਾਲ ਜਿੱਥੇ ਤੁਸੀਂ ਪੜ੍ਹਾ ਰਹੇ ਹੋ ਬੱਚਿਆਂ ਨੂੰ, ਉੱਥੇ ਨਾਲ ਖੁਦ ਵੀ ਪੜ੍ਹਾਈ ਅਜੇ ਵੀ ਜਾਰੀ ਹੈਗੀ? ਬਿਲਕੁਲ ਜੀ, ਬਿਲਕੁਲ। ਠੀਕ ਹੈ। ਤੇ ਇਹਦੇ ਬਾਅਦ ਦੇ ਵਿੱਚ ਫਿਰ ਤੁਸੀਂ ਜਿਹੜਾ ਸੰਵਿਧਾਨ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਇਹ ਕੋਸ਼ਿਸ਼ ਸੀ ਵੀ ਲੋਕਾਂ ਤੱਕ ਜਾਵੇ, ਇਕੱਲੇ ਹੱਥ ਦੇ ਵਿੱਚ ਜਾਵੇ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਇਹ ਸਾਰੇ ਜਿਹੜੇ ਪਾਠਕ ਆ ਜਾਂ ਜਿਹੜੇ ਦਰਸ਼ਕ ਆ ਉਹ ਜਾਣਦੇ ਆ, ਜਿਨ੍ਹਾਂ ਨੇ ਪੜ੍ਹਦੇ ਆ ਜਾਂ ਜਿਹਨੇ ਲਿਖਦੇ ਆ ਜਾਂ ਜਿਹੜੇ ਸ਼ੌਕ ਰੱਖਦੇ ਆ ਲਿਖਣ ਦਾ, ਉਹਨਾਂ ਨੂੰ ਪਤਾ ਵੀ ਪੜ੍ਹਨਾ ਵੀ ਸੌਖਾ ਨਹੀਂ ਤੇ ਲਿਖਣਾ ਉਦੋਂ ਵੀ ਔਖਾ ਹੈ। ਹੁਣ ਕਠਿਨਾਈਆਂ ਤਾਂ ਦੇਖੋ ਚੱਲਦੀਆਂ, ਕਿਉਂਕਿ ਜਦੋਂ ਸੰਵਿਧਾਨ ਨੂੰ ਅਸੀਂ ਲਾਅ ਦਾ ਕੋਈ ਵੀ ਸਬਜੈਕਟ ਦੇਖੀਏ, ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ, ਜਿਹੜੀ ਅਸੀਂ ਜਿੰਨੇ ਵੀ ਮਤਲਬ ਮੇਰਾ ਆਪਣਾ ਇੱਕ ਨਿੱਜੀ ਵਿਚਾਰ ਵੀ ਆ, ਹੋ ਸਕਦਾ ਮੇਰੇ ਨਾਲ ਸਾਰੇ ਲੋਕ ਸਹਿਮਤ ਵੀ ਹੋਣਗੇ ਕਿ ਦੇਸ਼ਾਂ ਦੇ ਜਿੰਨੇ ਵੀ ਦੁਨੀਆ ਦੇ ਕਾਨੂੰਨ ਨੇ ਉਹ ਲਗਭਗ ਅੰਗਰੇਜ਼ੀ ਭਾਸ਼ਾ 'ਚ ਲਿਖੇ ਜਾਂਦੇ ਆ, ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਜਿਹੜੀ ਇੰਗਲਿਸ਼ ਆ ਉਹ ਕਾਨੂੰਨ ਦੀ ਭਾਸ਼ਾ ਆ। ਮਤਲਬ ਜੇ ਉਹਨੂੰ ਹੋਰ ਭਾਸ਼ਾ 'ਚ ਤਰਜਮਾਨੀ ਤਾਂ ਕਰਦੇ ਆ, ਪਰ ਜੇ ਅਸੀਂ ਕਹੀਏ ਵੀ ਇਹਨੂੰ ਪੰਜਾਬੀ 'ਚ ਹੀ ਲਿਖਿਆ ਜਾਵੇ ਕਾਨੂੰਨ ਨੂੰ, ਇਹਦੀ ਬਿਲਕੁਲ ਬੇਸਿਕ ਜਾਂ ਮੁੱਢਲੀ ਭਾਸ਼ਾ ਹੀ ਪੰਜਾਬੀ ਹੋਵੇ ਜਾਂ ਉਹਦੀ ਹਿੰਦੀ ਹੋਵੇ, ਤਾਂ ਉਹ ਅੱਜ ਤੱਕ ਨਹੀਂ ਹੋਈ। ਤੁਸੀਂ ਦੇਖੋ ਜਿੰਨੇ ਵੀ ਮੋਸਟਲੀ, ਮੈਂ ਮਤਲਬ ਲਗਭਗ ਕਹਿ ਰਿਹਾ, ਹੋ ਵੀ ਸਕਦਾ ਕਈ ਕੰਟਰੀਆਂ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਰਾਸ਼ਟਰੀ ਭਾਸ਼ਾ ਆ ਉਹਨਾਂ ਦੇ ਵਿੱਚ ਕੀਤਾ, ਪਰ ਜਿੰਨੇ ਕੁ ਮੈਨੂੰ ਮਿਲਦੇ ਆ, ਚਾਹੇ ਅਮਰੀਕਾ ਦੀ ਗੱਲ ਕਰੀਏ, ਚਾਹੇ ਕੈਨੇਡਾ ਦੀ ਗੱਲ ਕਰੀਏ, ਜਾਂ ਅਸੀਂ ਹੋਰ ਕੰਟਰੀਆਂ ਦੀ ਗੱਲ ਕਰੀਏ, ਬਹੁਤੀਆਂ ਕੰਟਰੀਆਂ ਦੇ ਜਿਹੜੇ ਕਾਨੂੰਨ ਆ ਬਹੁਤ ਗਿਣਤੀ ਕਹਿ ਸਕਦੇ ਆ, ਇਹ ਨਹੀਂ ਕਹਿ ਰਿਹਾ ਵੀ ਵਿੱਚੋਂ ਕਿਸੇ ਦੇ ਵੀ ਨਹੀਂ ਹੈਗੇ, ਬਹੁਤ ਸਾਰੀਆਂ ਕੰਟਰੀਆਂ ਹੋ ਵੀ ਸਕਦਾ ਵੀ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਦੇ ਵਿੱਚ, ਪਰ ਅਸੀਂ ਜੋ ਮੰਨਦੇ ਆ ਜਿੰਨੇ ਭਾਰਤ ਦੇ ਕਾਨੂੰਨ ਬਣਦੇ ਆ, ਤੁਸੀਂ ਪੰਜਾਬ ਦੇ ਕਾਨੂੰਨ ਵੀ ਦੇਖੋ ਤਾਂ ਉਹ ਵੀ ਅੰਗਰੇਜ਼ੀ ਭਾਸ਼ਾ 'ਚ ਹੀ ਬਣੇ ਹੁੰਦੇ। ਜੀ। ਤੇ ਇਸ ਕਰਕੇ ਜਦੋਂ ਅਨੁਵਾਦ ਕਰਨਾ ਸੀ ਤਾਂ ਉੱਥੇ ਬਹੁਤ ਵੱਡੀ ਪ੍ਰੋਬਲਮ ਇਹੀ ਹੁੰਦੀ ਵੀ ਕੁਝ ਸ਼ਬਦ ਸੰਵਿਧਾਨ ਦੇ ਵਿੱਚ ਇੱਦਾਂ ਦੇ ਇਸਤੇਮਾਲ ਹੋ ਰਹੇ ਨੇ ਜਿਨ੍ਹਾਂ ਦੀ ਵਿਆਖਿਆ ਤੁਹਾਨੂੰ ਅੰਗਰੇਜ਼ੀ ਦੀਆਂ ਡਿਕਸ਼ਨਰੀਆਂ 'ਚ ਵੀ ਨਹੀਂ ਮਿਲਦੀ।
ਮਤਲਬ ਉਹ ਜਿਹੜੇ ਭਾਸ਼ਾ ਦੇ ਸ਼ਬਦ ਆ ਉਹ ਜੋ ਲੈਟਨ ਭਾਸ਼ਾ ਆ ਜਾਂ ਗ੍ਰੀਕ ਭਾਸ਼ਾ ਆ ਜਾਂ ਹੋਰ ਭਾਸ਼ਾਵਾਂ ਦੇ ਵਿੱਚੋਂ ਆਉਂਦੇ ਆ, ਕਿਉਂਕਿ ਜਿਹੜੀ ਲਾਅ ਦੇ ਵਿੱਚ ਵੀ ਆ ਇਹਦੀ ਆਪਣੀ ਵੀ ਕਹਿ ਲਓ ਵੀ ਮੈਂ ਮੰਨ ਕੇ ਚੱਲਦਾ ਇਹਦਾ ਜਿਹੜਾ ਇਤਿਹਾਸ ਹੈ ਉਹ ਤੁਸੀਂ ਰੋਮਨਸ ਦੇ ਵਿੱਚੋਂ ਆਉਂਦਾ ਹੈ ਜਾਂ ਗ੍ਰੀਕ ਭਾਸ਼ਾ ਦੇ ਵਿੱਚੋਂ, ਲੈਟਨ ਭਾਸ਼ਾ ਦੇ ਵਿੱਚੋਂ ਆਉਂਦਾ, ਤੇ ਉੱਥੋਂ ਜਿਹੜੇ ਸ਼ਬਦ ਆਉਂਦੇ ਆ ਤੇ ਉਹਨਾਂ ਨੂੰ ਮੀਨਿੰਗ ਤਾਂ ਦਿੱਤੇ ਜਾ ਰਹੇ, ਪਰ ਜੇ ਅਸੀਂ ਕਹੀਏ ਵੀ ਉਹ ਪ੍ਰੋਪਰਲੀ ਉਸ ਭਾਸ਼ਾ ਦਾ ਸ਼ਬਦ ਉਹਦਾ ਵੀ ਨਹੀਂ ਹੈਗਾ। ਤਾਂ ਇਸ ਕਰਕੇ ਜਿਹੜੀਆਂ ਹੁਣ ਭਾਸ਼ਾ ਕਈ ਜੇ ਦਰਸ਼ਕਾਂ ਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਣਾ ਚਾਹੁੰਦਾ ਆ ਬਈ ਆਰਟੀਕਲ 32 ਆ ਭਾਰਤੀ ਸੰਵਿਧਾਨ ਦਾ, ਉਹਦੇ ਵਿੱਚ ਸ਼ਬਦ ਆਉਂਦੇ ਸਰਸ਼ਰਾਰੀ, ਮੈਂਡਾਮਸ, ਹਿਊਬਰੰਟੋ। ਹੁਣ ਇਹ ਜੇ ਦੇਖਿਆ ਜਾਵੇ ਇਹ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨਹੀਂ ਹੈਗੇ, ਇਹ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਹੈ, ਪਰ ਜਦੋਂ ਇਹਨਾਂ ਦੀ ਵਿਆਖਿਆ ਕਰਨ ਲੱਗਾਂਗੇ ਤਾਂ ਕਹਿ ਲਓ ਵੀ ਇਹ ਨਾ ਇੱਕ ਦੇਖਣ ਨੂੰ ਇੱਕ ਜਾਂ ਦੋ ਸ਼ਬਦ ਲੱਗਦੇ ਆ, ਤੇ ਜਦੋਂ ਵਿਆਖਿਆ ਕਰਾਂਗੇ ਤਾਂ ਪੂਰੇ ਦੇ ਪੂਰੇ ਆਪਾਂ ਕਹਿ ਲਓ ਵੀ ਇੱਕ ਪੇਜ ਤੇ ਵੀ ਵਿਆਖਿਆ ਕਰਨੀ ਔਖੀ ਹੋ ਜਾਂਦੀ ਕਈ ਵਾਰੀ ਵੀ ਉਹਨੂੰ ਸਮਝਾਈਏ ਕਿੱਦਾਂ। ਤਾਂ ਇਸ ਕਰਕੇ ਇਦਾਂ ਦੇ ਬਹੁਤ ਸਾਰੇ ਸ਼ਬਦ ਹੋਰ ਵੀ ਹੋਣਗੇ ਵੀ ਉਹਨਾਂ ਨੂੰ ਗੁੰਝਲਦਾਰ ਹੋਣ ਕਾਰਨ ਵੀ ਸਾਨੂੰ ਮੁਸ਼ਕਿਲ ਤਾਂ ਬਹੁਤ ਆਉਂਦੀ ਆ, ਕਿਉਂਕਿ ਜੇ ਇੰਨਾ ਸੌਖਾ ਹੁੰਦਾ ਤਾਂ ਮੈਂ ਕਹਿੰਦਾ ਜਿਹੜਾ ਭਾਰਤ ਭਾਸ਼ਾ ਵਿਭਾਗ ਨੇ 1953 'ਚ ਕੀਤਾ ਤਾਂ ਲੋਕਾਂ ਦੇ ਹੱਥਾਂ 'ਚ ਉਹ ਹੋਣਾ ਸੀ ਅੱਜ ਤੱਕ। ਹੁਣ ਜੇ ਉਹ ਲੋਕਾਂ 'ਚ ਨਹੀਂ ਆਇਆ ਜਾਂ ਭਾਰਤ ਸਰਕਾਰ ਦਾ ਛਾਪਿਆ ਲੋਕਾਂ ਦੇ ਇਹਨਾਂ ਹੱਥਾਂ 'ਚ ਨਹੀਂ ਆਇਆ ਜਾਂ ਮੈਨੂੰ ਕਰਨ ਦੀ ਜ਼ਰੂਰਤ ਪਈ ਜਾਂ ਸਹਿਜਲ ਸਾਹਿਬ ਨੂੰ ਕਰਨ ਦੀ ਜ਼ਰੂਰਤ ਪਈ, ਉਹਦੇ ਪਿੱਛੇ ਰੀਜ਼ਨ ਹੀ ਇਹ ਸੀ ਵੀ ਜਿਹੜੀ ਉਹ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਸੀ ਸਰਕਾਰੀ ਵਿਭਾਗਾਂ ਵੱਲੋਂ, ਉਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਦੀ ਭਾਸ਼ਾ ਸੀ। ਸੋ ਇਸ ਕਰਕੇ ਉਹ ਮੁਸ਼ਕਲਾਂ ਸਾਨੂੰ ਵੀ ਪੇਸ਼ ਆਈਆਂ, ਪਰ ਸਾਡੇ ਲਈ ਸੌਖੀ ਗੱਲ ਇਹ ਹੁੰਦੀ ਆ ਵੀ ਅਸੀਂ ਕਾਨੂੰਨ ਦੇ ਨਾਲ ਜੁੜੇ ਹੋਏ ਆ, ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਤੇ ਜਿਹੜਾ ਪਿਛਲਾ ਮਤਲਬ 8-10 ਸਾਲ ਦਾ ਸਮਾਂ ਆ ਟੀਚਿੰਗ ਦੇ ਵਿੱਚ, ਤਾਂ ਉਹ ਸਾਨੂੰ ਉਸ ਦਾ ਬੈਨੀਫਿਟ ਹੁੰਦਾ, ਉਹਦਾ ਲਾਭ ਹੋਇਆ ਅਨੁਵਾਦ ਕਰਨ ਦੇ ਵਿੱਚ। ਬਿਲਕੁਲ ਜੀ। ਤੇ ਇਹ ਅੱਗੇ ਹੁਣ ਆਪਾਂ ਤੁਰਦੇ ਹਾਂ ਕਿ ਜਿਹੜਾ ਸੰਵਿਧਾਨ ਹੈ ਭਾਰਤ ਦਾ ਉਹਨੂੰ ਤੁਸੀਂ ਅਨੁਵਾਦ ਕੀਤਾ, ਤੁਹਾਡੀਆਂ ਕਿੰਨਾ ਤੁਸੀਂ ਮੁਸ਼ਕਲਾਵਾਂ ਦੇ ਵਿੱਚੋਂ ਨਿਕਲੇ ਨੇ ਔਰ ਤੁਹਾਨੂੰ ਸ਼ੌਕ ਕਿਵੇਂ ਪਿਆ ਔਰ ਤੁਸੀਂ ਕਿੰਨੀ ਕੁ ਸਟੱਡੀ ਕੀਤੀ, ਇਹਦੇ ਤੇ ਆਪਾਂ ਜ਼ਿਕਰ ਕੀਤਾ ਹੈਗਾ। ਹੁਣ ਆਪਾਂ ਚੱਲਾਂਗੇ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ, ਆਪਣਾ ਸੰਵਿਧਾਨ ਭਾਰਤ ਦਾ ਉਹ ਲਿਖਣਾ ਪਿਆ ਕਿਉਂਕਿ ਆਜ਼ਾਦ ਹੋ ਗਿਆ, ਆਪਣਾ ਕਾਇਦਾ ਆਪਣਾ ਕਾਨੂੰਨ ਭਾਰਤ ਦਾ ਹੋਵੇ। ਮਕਸਦ ਕੀ ਸੀਗਾ ਭਾਰਤ ਦਾ ਸੰਵਿਧਾਨ, ਭਾਰਤ ਦਾ ਕਾਨੂੰਨ ਹੋਵੇ ਔਰ ਕਿਹਨਾਂ ਨੇ ਇਹ ਲਿਖਿਆ, ਇਹ ਗੱਲ ਥੋੜ੍ਹਾ ਜਿਹਾ ਕਲੀਅਰ ਕਰਨੀ ਚਾਹੁੰਦੇ ਆਪਾਂ। ਦੇਖੋ ਜੀ, ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਇੱਕ ਸਿਸਟਮ ਚਾਹੀਦਾ ਹੁੰਦਾ ਜੀ, ਕਿਉਂਕਿ ਜੇ ਸਿਸਟਮ ਜਾਂ ਇੱਕ ਪ੍ਰਣਾਲੀ ਸਥਾਪਿਤ ਨਹੀਂ ਕੀਤੀ ਜਾਏਗੀ ਤਾਂ ਫਿਰ ਕੱਲ੍ਹ ਨੂੰ ਕਿੱਦਾਂ ਪਤਾ ਲੱਗੇਗਾ ਵੀ ਆਹ ਕੰਮ ਕਿਹਦਾ ਹੋਏਗਾ ਜੀ। ਆਹ ਕੰਮ ਹੁਣ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਸੀ ਤਾਂ ਤੁਸੀਂ ਇਹ ਤੁਹਾਨੂੰ ਇਹ ਮਤਲਬ ਤੁਸੀਂ ਇਹ ਖੋਜ ਕਰ ਸਕਦੇ, ਇਹ ਔਨ ਰਿਕਾਰਡ ਵੀ ਮਿਲੇਗਾ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਰਿਆਸਤਾਂ ਸੀਗੀਆਂ। ਉਹ ਰਿਆਸਤਾਂ ਦੇ ਆਪਣੇ ਆਪਣੇ ਕਾਨੂੰਨ ਸੀਗੇ, ਤਾਂ ਕਈ ਜਿਹੜੀਆਂ ਰਿਆਸਤਾਂ ਸੀ ਸਿੱਧੀਆਂ ਬ੍ਰਿਟਿਸ਼ ਜਿਹੜੀ ਦੇਸ਼ ਸੀਗਾ ਉਹਦੇ ਅਧੀਨ ਸੀਗੀ ਸਰਕਾਰ ਦੇ, ਕੁਛ ਸਿਰਫ ਟੈਕਸ ਪੇ ਕਰਦੀਆਂ ਸੀਗੀਆਂ, ਉਹ ਸਿੱਧੀਆਂ ਅਧੀਨ ਨਹੀਂ ਸੀ, ਉਹਨਾਂ ਦੇ ਲਈ ਕਾਨੂੰਨ ਉਹ ਆਪ ਬਣਾ ਸਕਦੇ ਸੀ, ਜਿੱਦਾਂ ਰਾਜੇ ਸੀਗੇ, ਰਿਆਸਤਾਂ ਸੀਗੇ, ਉਹਨਾਂ ਦੇ ਕਾਨੂੰਨ ਉਹ ਆਪ ਬਣਾਉਂਦੇ ਸੀ। ਮਤਲਬ ਇਕਸਾਰਤਾ ਨਹੀਂ ਸੀ, ਯੂਨੀਫਾਰਮਟੀ ਨਹੀਂ ਸੀ। ਹੁਣ ਕੱਲ੍ਹ ਨੂੰ ਦੇਸ਼ ਆਜ਼ਾਦ ਹੋਣਾ ਸੀ, ਜੇ ਟੋਟਿਆਂ 'ਚ ਰਹਿੰਦਾ ਤਾਂ ਨਾ ਤਾਂ ਉਹ ਬਾਹਰੀ ਸੁਰੱਖਿਅਤ ਆਪਣੇ ਆਪ ਨੂੰ ਰੱਖ ਸਕਦਾ, ਕਿਉਂਕਿ ਹਰ ਰਾਜੇ ਨੇ ਆਪਣੀ ਇੱਕ ਵੱਖਰੀ ਸੋਚ ਲੈ ਕੇ ਚੱਲਣਾ ਸੀ। ਤੇ ਜੇ ਅਸੀਂ ਕਹਿੰਦੇ ਸੀ ਵੀ ਭਾਰਤ ਇੱਕ ਰਾਸ਼ਟਰ ਬਣਾਉਣਾ ਆ ਤਾਂ ਉਹਦੇ ਲਈ ਇੱਕ ਸਾਂਝਾ ਕਾਨੂੰਨ ਦਾ ਹੋਣਾ ਜ਼ਰੂਰੀ ਸੀ। ਇਸ ਲਈ ਇਹਦੇ ਪਿੱਛੇ ਜਿਹੜਾ ਬਣਾਉਣ ਦਾ ਮਕਸਦ ਉਹ ਇਹੀ ਸੀ ਵੀ ਜਿਹੜੀਆਂ ਇੰਨੀਆਂ 600 ਤੋਂ ਵੱਧ ਰਿਆਸਤਾਂ ਸੀਗੀਆਂ ਜਾਂ ਜਿੰਨੀ ਵੀ ਗਿਣਤੀ ਅਸੀਂ ਦੇਖੀਏ ਉਸ ਟਾਈਮ ਦੀ ਸੀਗੀ, ਉਹਨਾਂ ਨੂੰ ਇਕੱਠੇ ਕਿੱਦਾਂ ਕਰਨਾ, ਤੇ ਉਹਨੂੰ ਇਕੱਠੇ ਕਰਨ ਦੇ ਲਈ ਇੱਕ ਸਾਂਝੀ ਪ੍ਰਣਾਲੀ ਸਥਾਪਿਤ ਕਰਨੀ ਜ਼ਰੂਰੀ ਸੀ। ਤੇ ਉਹ ਇਸ ਲਈ ਉਹ ਬਣਾਉਣ ਦੇ ਲਈ ਹੀ ਸਾਰੀਆਂ ਰਿਆਸਤਾਂ ਦੇ ਵਿੱਚੋਂ ਜੋ ਉਸ ਟਾਈਮ ਤੇ ਜਿਹੜੇ ਕੌਂਸਲ ਜਿਹੜੇ ਮੈਂਬਰ ਸੀਗੇ, ਲੈਜਿਸਲੇਟਿਵ ਕੌਂਸਲ MLC ਹੁੰਦੇ ਸੀ ਉਸ ਟਾਈਮ, ਉਹਨਾਂ ਦੇ ਆਪਣੇ ਨੁਮਾਇੰਦੇ ਚੁਣੇ, ਉਹ ਨੁਮਾਇੰਦੇ ਚੁਣ ਕੇ ਸੰਵਿਧਾਨ ਸਭਾ ਦਾ ਨਿਰਮਾਣ ਹੁੰਦਾ ਆ। ਫਿਰ ਸੰਵਿਧਾਨ ਸਭਾ ਦੇ ਵਿੱਚ ਜਿਹੜੇ ਲਗਭਗ 300 ਦੇ ਲਗਭਗ ਜਿਹੜੇ ਮੈਂਬਰ ਸੀਗੇ ਜੀ, ਤੇ ਉਹਨਾਂ ਦੀ ਮਤਲਬ ਉਹਨਾਂ ਦੇ ਨਾਲ ਫਿਰ ਉਹ ਪਾਸ ਹੁੰਦਾ ਆ, ਮਤਾ ਪੈਂਦਾ ਵੀ ਇਹਦਾ ਸੰਵਿਧਾਨ ਸਭਾ ਦਾ ਉਦੇਸ਼ ਕੀ ਆ, ਕਿਉਂਕਿ ਜਦੋਂ ਬ੍ਰਿਟਿਸ਼ ਸਰਕਾਰ ਨੇ ਪ੍ਰੋਪਰ ਉਹਦਾ ਪਲਾਨ ਪਾਸ ਕਰਦੇ ਆ ਤਾਂ ਫਿਰ ਉਹ ਪਾਵਰਾਂ ਦਿੰਦੇ ਆ ਸੰਵਿਧਾਨ ਸਭਾ ਨੂੰ। ਤੇ 15 ਅਗਸਤ 1947 ਨੂੰ ਜਿਹੜੀ ਸੰਵਿਧਾਨ ਸਭਾ ਕੋ ਪੂਰਨ ਸ਼ਕਤੀਆਂ ਆ ਜਾਂਦੀਆਂ, ਉਹ ਤੋਂ ਪਹਿਲਾਂ ਪੂਰਨ ਸ਼ਕਤੀਆਂ ਨਹੀਂ ਸੀ ਕਿਉਂਕਿ ਅਸੀਂ ਉਸ ਦਿਨ ਤੋਂ ਆਜ਼ਾਦ ਹੁੰਦੇ ਹਾਂ। ਫਿਰ ਉਹ ਜਿਹੜਾ ਰਹੀ ਗੱਲ ਸੰਵਿਧਾਨ ਨੂੰ ਬਣਾਉਣ ਦੀ, ਤਾਂ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਵੀ ਉਸ ਟਾਈਮ ਤੇ ਸੰਵਿਧਾਨ ਸਭਾ ਦੇ ਵਿੱਚ 22 ਦੇ ਲਗਭਗ ਕਮੇਟੀਆਂ ਸੀਗੀਆਂ, ਕੁਝ ਮੁੱਖ ਕਮੇਟੀਆਂ ਉਹਦੀ ਅੱਗੇ ਸਬ ਕਮੇਟੀਆਂ ਵੀ ਸੀਗੀਆਂ। ਇਹ 22 ਕਮੇਟੀਆਂ ਨੇ ਵੀ ਆਪਣਾ ਆਪਣਾ ਰੋਲ ਨਿਭਾਇਆ, ਪਰ ਸਭ ਤੋਂ ਵੱਡਾ ਰੋਲ ਜੇ ਸੰਵਿਧਾਨ ਨੂੰ ਨਿਰਮਾਣ 'ਚ ਕਰਨ ਕਮਾਂ ਤਾਂ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੀਗਾ। ਹੁਣ ਕਈ ਲੋਕ ਸਵਾਲ ਕਰਦੇ ਨੇ ਕਿ
ਮੈਂ ਉੱਥੇ ਉਹਨਾਂ ਨੂੰ ਜਵਾਬ ਵੀ ਦੇਣਾ ਚਾਹੁੰਦਾ, ਜਿਹੜੇ ਲੋਕ ਇਹ ਕਹਿੰਦੇ ਕਿ ਉਹਨਾਂ ਦੀ ਹੈਸੀਅਤ ਨਹੀਂ ਸੀ, ਔਕਾਤ ਨਹੀਂ ਸੀ, ਉਹ ਲੋਕ ਪਹਿਲਾਂ ਜਾਂਚਣ ਤੇ ਦੇਖਣ ਵੀ ਜਿਹੜੀ ਡਰਾਫਟਿੰਗ ਕਮੇਟੀ ਸੀ ਉਹਦੇ ਵਿੱਚ ਮੈਂਬਰ ਕਿੰਨੇ ਸੀਗੇ। ਉਹਦੇ ਵਿੱਚ 7 ਮੈਂਬਰੀ ਕਮੇਟੀ ਸੀ। ਉਹ 'ਚ ਤੁਹਾਨੂੰ ਔਨ ਰਿਕਾਰਡ ਮਿਲ ਜਾਏਗਾ ਉਹਦੇ ਜਿਹੜੇ ਸੰਸਦ ਦੇ ਸੰਵਿਧਾਨ ਸਭਾ ਦੇ ਮੈਂਬਰ ਸੀਗੇ, ਉਹਨਾਂ ਦੇ ਬਿਆਨ ਵਿੱਚ ਲੱਗੇ ਨੇ। ਜਿਹੜੀਆਂ ਕੌਂਸਟੀਟਿਊਸ਼ਨਲ ਡਿਬੇਟਸ ਆ, ਸੰਵਿਧਾਨਕ ਰਿਪੋਰਟਾਂ ਆ, ਉਹਦੇ ਵਿੱਚ ਵੀ ਦਰਜ ਆ ਵੀ ਅੰਬੇਡਕਰ ਸਾਹਿਬ ਦਾ ਜਿਹੜਾ ਰੋਲ ਆ ਉਹ ਬਹੁਤ ਮਹੱਤਵਪੂਰਨ ਰਿਹਾ ਆ, ਵੀ ਇਹਨੂੰ ਕੋਈ ਵੀ ਇਹਨੂੰ ਆਪਾਂ ਕਹਿ ਲਓ ਵੀ ਇਨਕਾਰ ਨਹੀਂ ਕਰ ਸਕਦਾ ਮੰਨਣ ਤੋਂ। ਇਹ ਔਨ ਰਿਕਾਰਡ ਚੀਜ਼ਾਂ ਨੇ। ਇੱਥੇ ਸੰਵਿਧਾਨ ਦੇ ਵਿੱਚ ਵੀ ਸੰਵਿਧਾਨ ਸਭਾ ਦੀਆਂ ਜਿਹੜੀਆਂ ਬਹਿਸਾਂ ਆ ਉਹਨਾਂ ਦੇ ਵਿੱਚ ਔਨ ਰਿਕਾਰਡ ਆ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਹੁੰਦੀਆਂ। ਸੰਵਿਧਾਨ ਦੇ ਵਿੱਚ ਤਾਂ ਸਿਰਫ ਆਰਟੀਕਲ ਕਾਨੂੰਨ ਆ, ਉਹਦਾ ਜਿਹੜਾ ਇਤਿਹਾਸ ਹੈ, ਜਦੋਂ ਤੁਸੀਂ ਇਤਿਹਾਸ ਦਾ ਅਧਿਐਨ ਕਰੋ ਉੱਥੇ ਤੁਹਾਨੂੰ ਪਤਾ ਲੱਗੇਗਾ ਵੀ ਜਿਹੜਾ BN ਰਾਓ ਉਹ ਕੌਂਸਟੀਟਿਊਸ਼ਨ ਜਿਹੜੇ ਐਡਵਾਈਜ਼ਰ ਸੀਗੇ ਤੇ ਬਾਬਾ ਸਾਹਿਬ ਅੰਬੇਡਕਰ ਚੇਅਰਮੈਨ ਬਣਦੇ ਆ ਡਰਾਫਟਿੰਗ ਕਮੇਟੀ ਦੇ। ਜਦੋਂ ਚੇਅਰਮੈਨ ਬਣਦੇ ਆ, ਤੁਸੀਂ ਦੇਖੋ 7 ਮੈਂਬਰੀ ਸੀ, ਇੱਕ ਦੀ ਮੌਤ ਹੋ ਜਾਂਦੀ, ਇੱਕ ਦਿੱਲੀ ਤੋਂ ਬਾਹਰ ਰਹਿੰਦਾ ਸੀ, ਇੱਕ ਵਿਦੇਸ਼ ਚਲ ਗਿਆ ਸੀ, ਕੁਛ ਦੇ ਕੋਲ ਮਿਨਿਸਟਰੀਆਂ ਸੀ, ਉਹ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੇ ਸੀ। ਤਾਂ ਜਿਹੜਾ ਕਹਿ ਲਓ ਭਾਰ ਸਾਰਾ ਸੰਵਿਧਾਨ ਨੂੰ ਡਰਾਫਟ ਕਰਨ ਦਾ ਜਿਹੜਾ ਸੰਵਿਧਾਨ ਸਭਾ ਦੇ ਵਿੱਚ ਆਉਂਦਾ ਸੀ, ਉਹ ਬਾਬਾ ਸਾਹਿਬ ਦੇ ਸਿਰ ਸੀਗਾ। ਦੂਸਰਾ, ਜਿਹੜੇ ਲੋਕ ਕਹਿੰਦੇ ਵੀ ਅੰਬੇਡਕਰ ਨੇ ਕੀ ਕੀਤਾ, ਮੈਂ ਕਹਿੰਦਾ ਵੀ ਤੁਸੀਂ ਔਨ ਰਿਕਾਰਡ ਚੀਜ਼ਾਂ ਵੀ 7300 ਤੋਂ ਵੱਧ ਜਦੋਂ ਸੰਵਿਧਾਨ ਦਾ ਪਹਿਲਾ ਖਰੜਾ ਮਤਲਬ ਸੰਵਿਧਾਨ ਸਭਾ ਚਲ ਜਾਂਦੇ ਆ ਤੇ ਲੋਕਾਂ ਦੇ ਲਈ ਉਹ ਜਾਰੀ ਕੀਤਾ ਜਾਂਦਾ ਤੇ ਉਹਦੇ ਤੇ ਸੁਜੈਸ਼ਨ ਮੰਗੇ ਜਾਂਦੇ ਆ ਲੋਕਾਂ ਦੇ ਕੋਲ ਵੀ ਸੋਧ ਤੁਸੀਂ ਕਿੱਦਾਂ ਦੀ ਚਾਹੁੰਦੇ ਆ, ਤਾਂ ਤੁਸੀਂ ਇਹ ਹੈਰਾਨ ਹੋਵੋਗੇ ਵੀ 7300 ਤੋਂ ਵੱਧ ਸੁਝਾਅ ਦਿੱਤੇ ਗਏ ਤੇ ਬਾਬਾ ਸਾਹਿਬ ਨੇ ਉਹ ਪੜ੍ਹੇ। ਉਹਨਾਂ ਚੋਂ 2400 ਤੋਂ ਵੱਧ ਜਿਹੜੇ ਸਿਲੈਕਟ ਕਰਕੇ ਜਿਨ੍ਹਾਂ ਤੇ ਬਹਿਸ ਹੋਈ। ਇਹ ਕੀ ਸਾਬਤ ਕਰਦਾ ਆ? ਜੇ ਇਹ ਕਿਸੇ ਹੋਰ ਨੇ ਪੜ੍ਹੇ ਤਾਂ ਉਹਦਾ ਨਾਮ ਦੱਸਿਆ ਜਾਵੇ। ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਅੰਬੇਡਕਰ ਸਾਹਿਬ ਦੇ ਉੱਤੇ ਕਿੰਨੀ ਵੱਡੀ ਜ਼ਿੰਮੇਵਾਰੀ ਸੀਗੀ। ਪਰ ਜਿਹੜੇ ਮੈਂ ਕਹਿੰਦਾ ਅਧਿਐਨ ਨਹੀਂ ਕਰਦੇ, ਉਹ ਸਮਝਦੇ ਆ ਵੀ ਜੋ ਨਹਿਰੂ ਜਾਂ ਜਿਹੜੇ ਸੀਗੇ ਉਸ ਟਾਈਮ ਦੇ ਅਧਿਅਕਸ਼ ਆਪਣੇ ਸੰਵਿਧਾਨ ਸਭਾ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਜੀ ਜਾਂ ਸਰਦਾਰ ਪਟੇਲ, ਜਾਂ ਅਸੀਂ ਕਹਦੇ ਵੀ ਬਾਹਰੋਂ ਜੇ ਪ੍ਰੈਸ਼ਰ ਸੀਗਾ ਉਹ ਗਾਂਧੀ ਐਂਡ ਪਾਰਟੀ ਦਾ ਸੀਗਾ। ਤਾਂ ਇੱਥੇ ਯਾਦ ਰੱਖਣਾ ਚਾਹੀਦਾ, ਉੱਥੇ ਸੰਵਿਧਾਨ ਸਭਾ ਦੇ ਵਿੱਚ ਇੰਨੀਆਂ ਸੁਜੈਸ਼ਨਾਂ ਨੂੰ ਪੜ੍ਹਨਾ, ਕਿਉਂਕਿ ਜਦੋਂ ਵੀ ਇੱਕ ਆਰਟੀਕਲ ਤੇ ਬਹਿਸ ਹੁੰਦੀ ਆ ਉਹਦੇ ਲਈ ਅੰਬੇਡਕਰ ਸਾਹਿਬ ਜਵਾਬ ਦਿੰਦੇ ਸੀ। ਜੇ ਉਹਦੇ ਲਈ ਕੋਈ ਹੋਰ ਬੰਦੇ ਨੇ ਡਰਾਫਟ ਕੀਤਾ ਤਾਂ ਉਹ ਜਵਾਬ ਦਿੰਦਾ, ਜੇ ਮੈਂ ਕੋਈ ਚੀਜ਼ ਪੇਸ਼ ਕਰਦਾ। ਇਸ ਕਰਕੇ ਬਾਬਾ ਸਾਹਿਬ ਦੇ ਰੋਲ ਨੂੰ ਅਸੀਂ ਕਦੀ ਇਨਕਾਰ ਨਹੀਂ ਕਰ ਸਕਦੇ। ਬਾਬਾ ਸਾਹਿਬ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਇਸੇ ਲਈ ਬਾਬਾ ਸਾਹਿਬ ਦੀ ਜਦੋਂ ਡੈਥ ਹੁੰਦੀ ਆ, ਉਹਨਾਂ ਦੇ ਜਦੋਂ ਸੰਵਿਧਾਨ ਸਭਾ 'ਚ ਨਹਿਰੂ ਬਿਆਨ ਦਿੰਦਾ ਵੀ ਉਹ ਚੀਫ ਆਰਕੀਟੈਕਟ, ਉਹ ਉਹਨਾਂ ਦੇ ਬਿਆਨ ਦਿੱਤਾ ਉਹਨਾਂ ਨੇ ਵੀ ਉਹਨਾਂ ਨੂੰ ਉਹਦਾ ਨਿਰਮਾਤਾ ਕਿਹਾ। ਹੁਣ ਇਹ ਮੈਂ ਨਹੀਂ ਕਹਿ ਰਿਹਾ ਤਾਂ ਅਸੀਂ ਉਹਨਾਂ ਨੂੰ ਕੋਈ ਕਿਸੇ ਨੇ ਡਰਾਵਾ ਦੇ ਕੇ ਥੋੜ੍ਹਾ ਕਿਹਾ ਵੀ ਤੁਸੀਂ ਕਹੋ। ਇਹ ਇਸ ਲਈ ਇਹ ਜਿਹੜੀਆਂ ਚੀਜ਼ਾਂ ਔਨ ਰਿਕਾਰਡ ਤੁਹਾਨੂੰ ਮਿਲਦੀਆਂ ਨੇ, ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਮਿਲਦੀਆਂ ਨੇ। ਜਿਹੜੇ ਤੋਂ ਬਾਕੀ ਸੰਵਿਧਾਨ ਸਭਾ ਦੀਆਂ ਜਿਹੜੀਆਂ ਬਹਿਸਾਂ ਨੇ ਉਹਨਾਂ 'ਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਸੋ ਇਸ ਕਰਕੇ ਮੇਰਾ ਤਾਂ ਇਹ ਮੰਨਣਾ ਆ ਵੀ ਹਾਂ, ਇਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਬਹੁਤ ਸਾਰੀਆਂ ਚੀਜ਼ਾਂ ਸੰਵਿਧਾਨ 'ਚ ਇੱਦਾਂ ਦੀਆਂ ਦਰਜ ਨੇ ਜਿਨ੍ਹਾਂ ਨੂੰ ਬਾਬਾ ਸਾਹਿਬ ਨਹੀਂ ਚਾਹੁੰਦੇ ਹੋਣਗੇ। ਕਿਉਂਕਿ ਬਾਬਾ ਸਾਹਿਬ ਦਾ ਜੇ ਅਸੀਂ ਕਹਿੰਦੇ ਵੀ ਬਾਬਾ ਸਾਹਿਬ ਕਿੱਦਾਂ ਦਾ ਸੰਵਿਧਾਨ ਚਾਹੁੰਦੇ ਸੀ, ਤਾਂ ਬਾਬਾ ਸਾਹਿਬ ਨੇ ਇੱਕ ਆਰਟੀਕਲ ਲਿਖਿਆ ਸਟੇਟ ਐਂਡ ਮਾਈਨੋਰਿਟੀ, ਰਾਜ ਤੇ ਘੱਟ ਗਿਣਤੀਆਂ। ਉਹਦੇ ਵਿੱਚ ਬਾਬਾ ਸਾਹਿਬ ਜਿਹੜੇ ਅਸੀਂ ਕਹਿੰਦੇ ਵੀ ਇੱਥੇ ਦੇ ਲੋਕਾਂ ਲਈ, ਭਾਰਤ ਦੇ ਲੋਕਾਂ ਲਈ ਇੱਦਾਂ ਦੇ ਕਾਨੂੰਨ ਚਾਹੁੰਦੇ, ਵਿੱਚ ਉਹ 'ਚ ਬਾਬਾ ਸਾਹਿਬ ਨੇ ਐਜੂਕੇਸ਼ਨ ਦੀ ਵਧੀਆ ਦੀ ਮੰਗ ਕੀਤੀ, ਫੋਰਨ ਜਾ ਕੇ ਪੜ੍ਹਨ ਦੀਆਂ ਗੱਲਾਂ ਕਰ ਰਹੇ ਬਾਬਾ ਸਾਹਿਬ। ਉਹਦੇ ਵਿੱਚ ਬਹੁਤ ਸਾਰੇ ਫਿਰ ਜਿਹੜੀਆਂ ਕਹਿ ਲਓ ਵੀ ਸਾਡੇ ਲਈ ਬਹੁਤ ਸਾਰੀਆਂ ਸੁਰੱਖਿਆਵਾਂ ਦੀ ਮੰਗ ਕੀਤੀ। ਉਹ ਬਹੁਤ ਸਾਰੀਆਂ ਚੀਜ਼ਾਂ ਕੁਛ ਨਹੀਂ ਮਿਲ ਪਾਈਆਂ। ਤਾਂ ਉਹ ਕਿਤੇ ਨਾ, ਪਰ ਇਹ ਇਸ ਲਈ ਅਸੀਂ ਬਾਬਾ ਸਾਹਿਬ ਦੇ ਸ਼ੁਕਰਗੁਜ਼ਾਰ ਰਹਿਣਾ ਚਾਹੁੰਦੇ ਹਾਂ ਵੀ ਇੰਨੀ ਉਸ ਸਥਿਤੀ ਦੇ ਵਿੱਚ ਜਿੱਥੇ ਉਹ ਇਕੱਲੇ ਸੀਗੇ, ਜਿੱਥੇ ਉਹਨਾਂ ਦੇ ਨਾਲ ਕੋਈ ਮੈਂਬਰ ਨਾਲ ਨਹੀਂ ਸੀਗਾ, ਉਹਦੇ ਬਾਵਜੂਦ ਵੀ ਇੰਨਾ ਵਧੀਆ ਸਾਨੂੰ ਮਾਹੌਲ ਦੀ ਸਿਰਜਣਾ ਕਰਕੇ ਦੇ ਗਏ ਵੀ ਅੱਜ ਅਸੀਂ ਕਿਸੇ ਵੀ ਉਪਾਧੀ ਤੇ ਪਹੁੰਚ ਸਕਦੇ ਹਾਂ, ਅੱਜ ਅਸੀਂ ਕੋਈ ਵੀ ਐਜੂਕੇਸ਼ਨ ਹਾਸਲ ਕਰ ਸਕਦੇ ਹਾਂ। ਤੇ ਇਸ ਕਰਕੇ ਮੇਰਾ ਜਿਹੜਾ ਵਿਚਾਰ ਆ ਉਹ ਇਹ ਵੀ ਬਾਬਾ ਸਾਹਿਬ ਤੋਂ ਵੱਧ ਯੋਗਦਾਨ ਕਿਸੇ ਵੀ ਵਿਅਕਤੀ ਨੇ ਸੰਵਿਧਾਨ ਸਭਾ 'ਚ ਨਹੀਂ ਦਿੱਤਾ ਸੰਵਿਧਾਨ ਨੂੰ ਬਣਾਉਣ ਲਈ। ਕਿਉਂਕਿ ਇਹ ਗੱਲ ਸੰਵਿਧਾਨ ਸਭਾ ਦੇ ਵਿੱਚ ਜਦੋਂ ਰਜਿੰਦਰ ਪ੍ਰਸਾਦ ਨੇ ਚਿੱਠੀ ਲਿਖ ਕੇ ਬੰਬੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਸ ਟਾਈਮ, ਬੰਬੇ ਸਟੇਟ ਹੁੰਦੀ ਸੀ ਉਸ ਟਾਈਮ, ਉਹਨਾਂ ਨੂੰ ਕਿਹਾ ਸੀ ਵੀ ਜਦੋਂ
ਪਾਕਿਸਤਾਨ ਦੀ ਵੰਡ ਹੋ ਗਈ ਤੇ ਬਾਬਾ ਸਾਹਿਬ ਦੀ ਜਿਹੜੀ ਸੀਟ ਆ ਉਹ ਪਾਕਿਸਤਾਨ ਦੇ ਵਿੱਚ ਕਹਿ ਦਿੱਤੀ ਸੀ ਤੇ ਬਾਬਾ ਸਾਹਿਬ ਦੀ ਜਿਹੜੀ ਰੀ ਇਲੈਕਸ਼ਨ ਹੁੰਦੀ ਫਿਰ ਉਹ ਬੰਬੇ ਤੋਂ ਦੁਬਾਰਾ ਹੁੰਦੀ ਆ ਕਿਉਂਕਿ ਉਹ ਇਹ ਮੰਨਿਆ ਜਾਂਦਾ ਸੀ ਉਹ ਜਿਹੜਾ ਹਿੱਸਾ ਸੀਗਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਸੀਗਾ ਤੇ ਉੱਥੇ ਇਹ ਕਿਹਾ ਵੀ ਸਾਨੂੰ ਇਹ ਰਜਿੰਦਰ ਪ੍ਰਸਾਦ ਦੀ ਕਹਿ ਲਓ ਵੀ ਵਰਡਿੰਗ ਆ ਸਟੇਟਮੈਂਟ ਆ ਵੀ ਅਗਲੀ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਲਿਖਦੇ ਬੰਬੇ ਦੇ ਨੂੰ ਵੀ ਜਿਹੜਾ ਅਗਲਾ ਸੈਸ਼ਨ ਹੋਣ ਜਾ ਰਿਹਾ ਸਾਨੂੰ ਅੰਬੇਡਕਰ ਉਹਦੇ ਵਿੱਚ ਚਾਹੀਦਾ ਆ ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਜਿੰਨਾ ਕੰਮ ਅੰਬੇਡਕਰ ਨੇ ਸੰਵਿਧਾਨ ਸਭਾ ਦੇ ਵਿੱਚ ਸੰਵਿਧਾਨ ਨੂੰ ਬਣਾਉਣ ਲਈ ਕੀਤਾ ਇੰਨਾ ਯੋਗਦਾਨ ਕਿਸੇ ਵੀ ਵਿਅਕਤੀ ਨੇ ਅੱਜ ਤੱਕ ਨਹੀਂ ਕੀਤਾ ਤਾਂ ਇਹ ਕੀ ਸਾਬਤ ਕਰਦਾ ਉਹ ਕਾਂਗਰਸ ਪਾਰਟੀ ਪੂਰੀ ਉਸ ਟਾਈਮ ਮੈਜੋਰਿਟੀ 'ਚ ਸੀ ਉਹ ਚਾਹੁੰਦੇ ਕਿਸੇ ਹੋਰ ਨੂੰ ਵੀ ਲਿਆ ਸਕਦੇ ਪਰ ਉਹਨਾਂ ਨੂੰ ਲੱਗ ਗਿਆ ਸੀਗਾ ਪਤਾ ਵੀ ਅੰਬੇਡਕਰ ਸਾਹਿਬ ਜਿੰਨਾ ਵਿਦਵਾਨ ਵਿਅਕਤੀ ਜਾਂ ਬਾਬਾ ਸਾਹਿਬ ਨੇ ਇਹ ਨਹੀਂ ਬਾਬਾ ਸਾਹਿਬ ਪਹਿਲੀ ਵਾਰੀ ਕਾਨੂੰਨ ਬਣਾ ਰਹੇ ਸੀ ਭਾਰਤ ਦੇ ਲਈ ਇਹ ਬਹੁਤੇ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਹੋਵੇਗਾ ਕਿ ਬਾਬਾ ਸਾਹਿਬ ਨੇ ਇਹ ਪਹਿਲਾ ਕਾਨੂੰਨ ਸੀ ਜਿਹੜਾ ਭਾਰਤ ਲਈ ਬਣਾਇਆ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਦੋਂ ਬਾਬਾ ਸਾਹਿਬ ਬੰਬੇ ਲੈਜਿਸਲੇਟਿਵ ਕਮੇਟੀ ਦੇ ਵਿੱਚ ਸੀਗੇ ਲੇਬਰ ਜਿਹੜੀ ਮਿਨਿਸਟਰੀ ਦੇ ਇਹਨਾਂ ਦੇ ਅੰਡਰ ਸੀਗੀ ਉਸ ਟਾਈਮ ਲੇਬਰ ਮਿਨਿਸਟਰ ਸੀਗੇ ਤਾਂ ਬਾਬਾ ਸਾਹਿਬ ਨੇ ਉਹਦੇ ਵਿੱਚ ਵੀ ਬਹੁਤ ਸਾਰੇ ਕਾਨੂੰਨ ਬਣਾਏ ਜਿਹੜੇ ਲੇਬਰ ਦੇ ਨਾਲ ਰਿਲੇਟਡ ਸੀ ਬਾਬਾ ਸਾਹਿਬ ਦੀ ਡਰਾਫਟਿੰਗ ਦੀ ਸਕਿੱਲ ਗੋਰੇ ਮੰਨ ਚੁੱਕੇ ਸੀਗੇ ਜੀ ਬਾਬਾ ਸਾਹਿਬ ਦਾ ਇੰਨਾ ਕੁ ਰਿਸਰਚ ਅਧਿਐਨ ਸੀਗਾ ਬਾਬਾ ਸਾਹਿਬ ਜਦੋਂ ਕੋਈ ਕਾਨੂੰਨ ਵੀ ਬਣਾਉਂਦੇ ਆ ਉਹਦੀ ਅਧਿਐਨ ਕਰਦੇ ਆ ਇਹ ਜਿਹੜੇ ਕੰਮ ਸੌਖੇ ਨਹੀਂ ਹੈਗੇ ਇਹ ਜਿਹੜੇ ਜੇ ਇਹ ਕੰਮ ਸੌਖੇ ਹੁੰਦੇ ਤਾਂ ਜਿਹੜੀ ਕਾਂਗਰਸ ਉਹ ਕਿਸੇ ਤੋਂ ਵੀ ਵਿਅਕਤੀ ਤੋਂ ਕਰਵਾ ਸਕਦੀ ਸੀ ਤੇ ਬਾਬਾ ਸਾਹਿਬ ਤੋਂ ਕਰਵਾਉਣ ਦਾ ਮਕਸਦ ਹੀ ਇਹ ਸੀ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਅਹਿਸਾਸ ਹੋ ਚੁੱਕਿਆ ਸੀ ਕਿਉਂਕਿ ਬਾਬਾ ਸਾਹਿਬ ਜੇ ਕਮਿਊਨਲ ਅਵਾਰਡ ਦੇ ਵਿੱਚ ਇੰਨੇ ਉਹ ਆਪਣੇ ਆਰਗੂਮੈਂਟ ਦਿੰਦੇ ਆ ਤਰਕ ਦਿੰਦੇ ਆ ਤਾਂ ਐਵੇਂ ਨਹੀਂ ਜਿਹੜੀ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਅਵਾਰਡ ਦਿੱਤਾ ਸੀਗਾ ਤੇ ਉੱਥੋਂ ਸਾਬਤ ਹੁੰਦਾ ਵੀ ਬਾਬਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਸੰਵਿਧਾਨ ਨੂੰ ਬਣਾਉਣ ਲਈ ਕਿਉਂਕਿ ਜਿਹੜੇ ਮੈਂ ਮੰਨ ਕੇ ਚੱਲਾਂਗਾ ਅਗਿਆਨੀ ਲੋਕ ਆ ਉਹ ਬਹੁਤ ਵੱਡੀਆਂ ਛੇਤੀ ਦੇਣੀ ਸਟੇਟਮੈਂਟ ਦੇ ਦਿੰਦੇ ਆ ਵੀ ਅੰਬੇਡਕਰ ਨੇ ਕੁਝ ਨਹੀਂ ਕੀਤਾ ਮੈਂ ਕਹਿੰਦਾ ਵੀ ਇਹ ਤੁਸੀਂ ਪੜ੍ਹੋ ਤਾਂ ਸਹੀ ਪੜ੍ਹ ਕੇ ਫਿਰ ਗੱਲ ਕਰੋ ਬਿਨਾਂ ਪੜ੍ਹੇ ਕਿਸੇ ਵਿਅਕਤੀ ਦੇ ਐਡੇ ਵੱਡੇ ਅਸੀਂ ਕਹਿ ਲਓ ਵੀ ਰੁਤਬੇ ਨੂੰ ਠੇਸ ਪਹੁੰਚਾਉਣੇ ਉਹ ਚੰਗੀ ਗੱਲ ਨਹੀਂ ਹੈਗੀ ਹਾਂ ਇਹ ਗੱਲ ਅਲੱਗ ਹੈਗੀ ਆ ਚਲੋ ਕਿਸੇ ਦਾ ਮੰਨਣਾ ਕਿਸੇ ਦਾ ਉਹਨੇ ਗੱਲ ਕਰ ਦਿੱਤੀ ਉਹ ਤਾਂ ਵਿਸ਼ਾ ਅਲੱਗ ਹੈਗਾ ਆਪਾਂ ਅੱਜ ਸੰਵਿਧਾਨ ਦੇ ਉੱਤੇ ਗੱਲ ਕਰਦੇ ਤੁਸੀਂ ਇਹ ਕਹਿ ਰਹੇ ਸੀਗੇ ਕਿ ਸੰਵਿਧਾਨ ਨੂੰ ਬਣਾਉਣ ਦੇ ਲਈ 22 ਸਬ ਕਮੇਟੀਆਂ ਸੀਗੀਆਂ 22 ਦੇ ਵਿੱਚ ਚੇਅਰਮੈਨ ਕਿੰਨਿਆਂ ਦੇ ਵਿੱਚ ਸੀ ਬਾਬਾ ਸਾਹਿਬ ਬਾਬਾ ਸਾਹਿਬ ਜਿਹੜੇ ਮੇਨ ਚੇਅਰਮੈਨ ਤਾਂ ਡਰਾਫਟਿੰਗ ਕਮੇਟੀ ਦੇ ਸੀਗੇ ਬਾਕੀ 18 ਕਮੇਟੀਆਂ ਦੇ ਵਿੱਚ ਮੈਂਬਰ ਸੀਗੇ ਅੱਛਾ 18 ਕਮੇਟੀਆਂ 22 ਕਮੇਟੀਆਂ ਚੋਂ 18 ਦੇ ਮੈਂਬਰ ਸੀਗੇ ਤੇ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਜਿਹੜੇ ਡਰਾਫਟਿੰਗ ਕਮੇਟੀ ਉਹਦੇ ਚੇਅਰਮੈਨ ਸੀਗੇ ਠੀਕ ਹੈ ਤੇ ਇਹਦੇ ਵਿੱਚ ਕਿਹਾ ਜਾਂਦਾ ਖਾਸ ਕਰਕੇ ਪ੍ਰਚਾਰਿਆ ਜਾਂਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਬਾਕੀ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਉੱਤਮ ਹੈ ਹੁਣ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਜਿਹੜੇ ਬਾਕੀ ਦੇਸ਼ ਨੇ ਤਰੱਕੀ ਭਾਰਤ ਨਾਲੋਂ ਵੱਧ ਕੀਤੀ ਹੈ ਭਾਰਤ ਦੇ ਲੋਕ ਤਾਂ ਮਜ਼ਦੂਰੀ ਕਰਨ ਉੱਥੇ ਜਾਂਦੇ ਨੇ ਤੇ ਭਾਰਤ ਦਾ ਸੰਵਿਧਾਨ ਉਹਨਾਂ ਨਾਲੋਂ ਮਹਾਨ ਕਿਵੇਂ ਹੋਇਆ ਇਹ ਭਾਰਤ ਨੇ ਉਹਨਾਂ ਨਾਲੋਂ ਵੱਧ ਤਰੱਕੀ ਕਰਨੀ ਸੀ ਇਹ ਵੀ ਇੱਕ ਲੋਕਾਂ ਦਾ ਇੱਕ ਵੱਡਾ ਸਵਾਲ ਹੈਗਾ ਦੇਖੋ ਅਸੀਂ ਕਿਸੇ ਵੀ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਚੰਗਾ ਜਾਂ ਮਾੜਾ ਜੀ ਕਿਸ ਆਧਾਰ ਤੇ ਕਹਿੰਦੇ ਆ ਜੀ ਉੱਥੇ ਦੇ ਲੋਕਾਂ ਦਾ ਜਿਹੜਾ ਲਾਈਫ ਸਟਾਈਲ ਆ ਸਟੈਂਡਰਡ ਆਫ ਲਾਈਫ ਲਿਵਿੰਗ ਆ ਉਹ ਕਿੰਨਾ ਉੱਚਾ ਆ ਜੀ ਭਾਰਤ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਉਹ ਉੱਚਾ ਨਹੀਂ ਮੰਨਿਆ ਜਾਂਦਾ ਕਿਉਂਕਿ ਜੇ ਅਸੀਂ ਭੁੱਖਮਰੀ ਦੇ ਇੰਡੈਕਸ ਦੀ ਗੱਲ ਕਰਦੇ ਤਾਂ ਭਾਰਤ ਦਾ ਦੇਖੋ ਟੌਪ ਦੇ 10 ਕੰਟਰੀਆਂ ਦੇ ਵਿੱਚੋਂ ਉੱਪਰ ਅਸੀਂ ਆ ਰਹੇ ਹਾਂ ਮਤਲਬ ਭੁੱਖਮਰੀ ਦੇ ਵਿੱਚ ਅੱਜ ਵੀ ਇੰਨੇ ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਅਸੀਂ ਆਪਣੀ ਜਿੰਨੀ ਵੀ ਟੋਟਲ ਜਨਤਾ ਹੈਗੀ ਭਾਰਤ ਦੀ ਆਬਾਦੀ ਆ ਉਹਨੂੰ ਪੇਟ ਭਰ ਖਾਣਾ ਨਹੀਂ ਦੇ ਸਕਦੇ ਤਾਂ ਉੱਥੇ ਫੇਲੀਅਰ ਦੇ ਇਲਜ਼ਾਮ ਕਿਹਨੂੰ ਦਿੱਤਾ ਜਾਂਦਾ ਭਾਰਤੀ ਸੰਵਿਧਾਨ ਨੂੰ ਜਿਹੜਾ ਕਿ ਸਰਾਸਰ ਗਲਤ ਆ ਜ਼ਿੰਮੇਵਾਰ ਕੌਣ ਨੇ ਉਹਦੇ ਲਈ ਜ਼ਿੰਮੇਦਾਰ ਮੈਂ ਕਹਿੰਦਾ ਹੁੰਨਾ ਹਰ ਸ਼ਖਸ ਆ ਮੈਂ ਵੀ ਉਹ 'ਚ ਜ਼ਿੰਮੇਦਾਰ ਆ ਤੁਸੀਂ ਵੀ ਜ਼ਿੰਮੇਦਾਰ ਤੇ ਸਰਕਾਰਾਂ ਵੀ ਜ਼ਿੰਮੇਦਾਰ ਆ ਕਿਉਂਕਿ ਅਸੀਂ ਆਪਣੇ ਛੋਟੇ ਲਾਲਚਾਂ ਨੂੰ ਛੱਡਣ ਦੀ ਬਜਾਏ ਅਸੀਂ ਆਪਣੇ ਸਹੀ ਮਨੋਰਥ ਤੋਂ ਭਟਕ ਗਏ ਅਸੀਂ ਉਹਨਾਂ ਲਾਲਚਾਂ ਨੂੰ ਨਹੀਂ ਛੱਡਿਆ ਅਸੀਂ ਵੋਟ ਪਾਉਣ ਵੇਲੇ ਕਦੀ ਸਰਕਾਰ ਦੇ ਕੰਮ ਦੇ ਆਧਾਰ ਤੇ ਵੋਟ ਨਹੀਂ ਪਾਉਂਦੇ ਅਸੀਂ ਵੋਟ ਕਿਹਦੇ ਆਧਾਰ ਤੇ ਪਾਉਂਦੇ ਆ ਲਾਲਚ ਦੇ ਚਾਹੇ ਉਹ ਸ਼ਰਾਬ ਦਾ ਲਾਲਚ ਹੋ ਗਿਆ ਚਾਹੇ ਉਹ ਮਨਰੇਗਾ ਦੇ ਵਿੱਚ ਆਪਣਾ ਕਾਰਡ ਬਣਾਉਣ ਦਾ ਲਾਲਚ ਹੋ ਗਿਆ ਚਾਹੇ ਉਹ 2 ਰੁਪਏ ਕਿਲੋ ਆਟਾ ਦਾਲ ਸਕੀਮ ਦੇ ਵਿੱਚ ਮੇਰਾ ਨਾਮ ਲਿਆ ਦਿਓ ਅਸੀਂ ਉਸ ਲਾਲਚ ਦੇ ਵਸ ਹੋ ਕੇ ਮੈਂ ਹੁਣ ਆਪਾਂ ਪੜ੍ਹੇ ਲਿਖਿਆਂ ਨੂੰ ਕਿਉਂ ਜ਼ਿੰਮੇਦਾਰ ਕਹਿ ਰਹੇ ਹਾਂ ਕਿਉਂਕਿ ਸਾਡਾ ਇਹ ਫਰਜ਼ ਬਣਦਾ ਸੀ ਵੀ ਅਸੀਂ ਆਪਣੇ ਲੋਕਾਂ ਨੂੰ ਅਵੇਅਰ ਕਰੀਏ ਪਰ ਅਸੀਂ ਕਿਤੇ ਨਾ ਕਿਤੇ ਜੇ ਥੋੜਾ ਬਹੁਤਾ ਅਵੇਅਰ ਕਰ ਵੀ ਪਾਏ ਪਰ ਕਾਫੀ ਹੱਦ ਤੱਕ ਅਸੀਂ ਜਿਹੜੇ ਸਾਡੇ ਪੜ੍ਹੇ ਲਿਖੇ ਉਹ ਆਪਣੀਆਂ ਕਹਿ ਲਓ ਵੀ ਲਗਜ਼ਰੀ ਲਾਈਫ 'ਚ ਬਿਜ਼ੀ ਹੋ ਕੇ ਰਹਿ ਗਏ ਤੇ ਸਮਾਜ ਨੂੰ ਪੂਰੀ ਤਰ੍ਹਾਂ ਅਵੇਅਰ ਨਹੀਂ ਕਰ ਪਾਏ ਇਸ ਲਈ ਮੈਂ ਕਹਿ ਰਿਹਾ ਵੀ ਅਸੀਂ ਵੀ ਉਹਦੇ ਵਿੱਚ ਜ਼ਿੰਮੇਦਾਰ ਹਾਂ ਜੀ ਇੱਕ ਨਾ ਬੜੀ ਗੱਲ ਚੁੱਭਦੀ ਹੈ ਹਰੇਕ ਦੀ ਐਸਸੀ ਕਮਿਊਨਿਟੀ ਨੂੰ ਛੱਡ ਕੇ ਕਿ ਸੰਵਿਧਾਨ ਦੇ ਵਿੱਚ ਰਾਖਵਾਂਕਰਨ ਕਿਉਂ ਸੀ
ਵੀ ਕਿਉਂ ਕਿਸੇ ਵਿਸ਼ੇਸ਼ ਲੋਕਾਂ ਨੂੰ ਵਿਸ਼ੇਸ਼ ਖਾਸ ਰਿਆਇਤਾਂ ਦਿੱਤੀਆਂ ਗਈਆਂ, ਰਿਜ਼ਰਵੇਸ਼ਨ ਕਹਿ ਲਈਏ ਜਾਂ ਰਾਖਵਾਂਕਰਨ, ਇਹ ਕਿਉਂ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਦਿੱਤਾ ਜਾਂ ਸੰਵਿਧਾਨ ਦੇ ਵਿੱਚ ਕਿਉਂ ਹੈਗਾ? ਇਹਦੇ ਲਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿਵੇਂ ਤੁਸੀਂ ਸੰਵਿਧਾਨ ਨੂੰ ਅਨੁਵਾਦ ਕੀਤਾ, ਤੁਹਾਨੂੰ ਬਹੁਤ ਸਾਰਾ ਗਿਆਨ ਇਹਦੇ ਲਈ ਹੈਗਾ। ਪਹਿਲਾਂ ਤਾਂ ਇਹ ਗੱਲ ਵੀ ਇਹ 'ਤੇ ਬਹੁਤ ਸਾਰੀ ਕੰਟਰੋਵਰਸੀ ਚੱਲਦੀ ਰਹਿੰਦੀ, ਇੱਕ ਬਹੁਤ ਇੱਕ ਕਹ ਲਓ ਵੀ ਇੱਕ ਭਖਦਾ ਮਸਲਾ ਰਹਿੰਦਾ, ਸੈਂਸਿਟਿਵ ਟੌਪਿਕ ਰਹਿੰਦਾ ਰਾਖਵਾਂਕਰਨ ਜੀ। ਬਹੁਤ ਸਾਰੀਆਂ ਸਰਕਾਰਾਂ ਰਾਖਵਾਂਕਰਨ ਦਾ ਵਿਰੋਧ ਵੀ ਕਰਦੀਆਂ ਤੇ ਫਿਰ ਆਪ ਵੀ ਰਾਖਵੇਂਕਰਨ ਦਾ ਸਪੋਰਟ। ਕੱਲ 2 ਕੁ ਦਿਨ ਹੀ ਹੋਏ ਨੇ, ਤੁਸੀਂ ਇਹ ਦੇਖੋ ਜੱਜਮੈਂਟ ਵੀ ਆ ਚੁੱਕੀ ਆ। ਜਿਹੜਾ 10% ਰਾਖਵਾਂਕਰਨ ਦਿੱਤਾ ਗਿਆ ਆ, ਉਹ ਦਿੱਤਾ ਗਿਆ ਸੀ ਜਿਹੜੇ ਇਕਨੋਮਿਕਲ ਵੀਕਰ ਸੈਕਸ਼ਨ ਨੂੰ, ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ। ਹੁਣ ਪਹਿਲੀ ਤਾਂ ਗੱਲ ਹੈ ਵੀ ਬਾਬਾ ਸਾਹਿਬ ਰਾਖਵਾਂਕਰਨ ਦੀ ਗੱਲ ਨਹੀਂ ਕਰ ਸਕਦੇ, ਬਾਬਾ ਸਾਹਿਬ ਮੰਗਦੇ ਸੀ ਰੀਪ੍ਰੈਜ਼ੈਂਟੇਸ਼ਨ ਜੀ। ਉਹ ਕਹਿੰਦੇ ਜਿਹਦੀ ਜਿੰਨੀ ਮਤਲਬ ਸੰਖਿਆ ਆ ਉਹਨੂੰ ਉਨਾ ਹਿੱਸਾ ਦਿੱਤਾ ਜਾਵੇ ਜੀ। ਹੁਣ ਗੁੜਾ ਸਾਹਿਬ ਤੁਸੀਂ ਵੀ ਦੇਖੋ, ਜੇ ਕਿਸੇ ਵਿਅਕਤੀ ਦੇ 4 ਬੱਚੇ ਆ, ਕੀ ਉਹਦਾ ਜਿਹੜਾ ਫਾਦਰ ਆ ਉਹ ਬੱਚੇ ਤੋਂ ਉਹਦਾ ਮੈਰਿਟ ਦੇ ਆਧਾਰ ਤੇ ਟੈਸਟ ਲੈ ਕੇ ਉਹਨੂੰ ਪ੍ਰਾਪਰਟੀ ਦੀ ਵੰਡ ਕਰਦਾ ਜਾਂ ਬਰਾਬਰ ਹਿੱਸੇ 'ਚ ਦਿੰਦਾ ਆ? ਨਹੀਂ, ਉਹ ਤਾਂ ਬਰਾਬਰ ਹੀ ਦਿੰਦਾ, ਬਰਾਬਰ ਦਿੰਦਾ ਆ। ਪਰ ਜਦੋਂ ਭਾਰਤ ਦੇ ਵਿੱਚ ਪ੍ਰਾਪਰਟੀ ਦੀ ਗੱਲ ਆਉਂਦੀ ਉਦੋਂ ਮੈਰਿਟ ਦੀ ਗੱਲ ਚੱਲਦੀ ਆ। ਜਦ ਕਿ ਜਿਹੜੀ ਜਿੰਨੀ ਆਬਾਦੀ ਉਹਨੂੰ ਉਨਾ ਹਿੱਸਾ ਕਿਉਂ ਨਹੀਂ ਦਿੱਤਾ ਜਾਂਦਾ? ਚਾਹੇ ਜੌਬਸ ਨੇ, ਚਾਹੇ ਉਹ ਜ਼ਮੀਨਾਂ ਨੇ, ਚਾਹੇ ਕੋਈ ਹੋਰ ਨੇ, ਜਿੰਨੀ ਵੀ ਸੰਪत्ति ਉਹ 'ਚ ਉਹਨੂੰ ਬਰਾਬਰ ਕਿਉਂ ਨਹੀਂ? ਕਿਉਂਕਿ ਇਹ ਜਿਹੜਾ ਪਾੜਾ ਆ ਇਹ ਹੁਣ ਤੋਂ ਨਹੀਂ, ਇਹ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਵੀ ਇੱਕ ਖਾਸ ਵਰਗ ਸੋ ਕਾਲਡ ਜਿਹੜੀਆਂ ਆਪਣੇ ਆਪ ਨੂੰ ਉੱਚ ਜਾਤਾਂ ਸਮਝਦੀਆਂ ਸੀ, ਉਹਨਾਂ ਨੇ ਕਬਜ਼ਾ ਕੀਤਾ ਹੋਇਆ ਆਰਥਿਕ ਰੂਪ 'ਚ। ਤਾਂ ਇੱਥੇ ਇਹ ਗੱਲਾਂ ਧਿਆਨ ਦੇਣ ਯੋਗ ਆ ਵੀ ਜਿਹੜਾ ਸੰਵਿਧਾਨ ਦੇ ਵਿੱਚ ਅਸੀਂ ਇਹ ਵੀ ਮੰਨ ਕੇ ਚੱਲਦੇ ਜਿਹੜੇ ਮਹਾਰਿਆ ਵੀ 2 ਤਰ੍ਹਾਂ ਦਾ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਇਹਨੂੰ ਵੀ ਕਈ ਲੋਕ, ਮੇਰੇ ਨਾਲ ਵੀ ਕਈ ਲੋਕ ਬਹਿਸ ਕਰਦੇ ਨੇ ਵੀ ਇੱਕ ਪਾਸੇ ਦਾ ਸੰਵਿਧਾਨ ਦਾ ਆਰਟੀਕਲ 14 ਕਹਿੰਦਾ ਧਰਮ ਜਾਤ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਹੋਏਗਾ, ਪਰ ਦੂਜੇ ਆਧਾਰ ਤੇ ਤੁਸੀਂ ਕਹਿੰਦੇ ਵੀ 14 ਦੀ ਜਿਹੜੀ ਉਲੰਘਣਾ ਕਰ ਦਿੰਦੇ ਹੋ ਵੀ ਇਹਨਾਂ ਨੂੰ ਵਿਸ਼ੇਸ਼ ਜਾਤੀ ਨੂੰ ਵਿਸ਼ੇਸ਼ ਰਿਆਇਤਾਂ ਦੇ ਰਹੇ ਆ, ਵਿਸ਼ੇਸ਼ ਸਕੀਮਾਂ ਦੇ ਰਹੇ। ਤਾਂ ਮੈਂ ਹਮੇਸ਼ਾ ਇੱਕ ਕੁਐਸਚਨ ਪੁੱਟ ਕਰਦਾ ਹੁੰਦਾ, ਤੁਹਾਨੂੰ ਵੀ ਤੁਸੀਂ ਵੀ ਇਹਦਾ ਜਵਾਬ ਦੇ ਸਕਦੇ ਹੋ ਵੀ ਮੰਨ ਲਓ ਘਰ 'ਚ ਤੁਹਾਡੇ 4 ਬੱਚੇ ਨੇ, ਤੁਹਾਡਾ ਇੱਕ ਬੱਚਾ ਬਹੁਤ ਕਮਜ਼ੋਰ ਆ, 3 ਬੱਚੇ ਹੈਲਦੀ ਨੇ, ਰਿਸਟ ਪੁਸ਼ਟ ਨੇ, ਤਾਂ ਤੁਸੀਂ ਜਿਹੜਾ ਚੌਥਾ ਬੱਚਾ ਉਹਦੀ ਡਾਈਟ ਘਟਾਓਗੇ ਜਾਂ ਉਹਨਾਂ ਦੇ ਬਰਾਬਰ ਰੱਖੋਗੇ? ਜੇ ਤੰਦਰੁਸਤ ਨੂੰ ਤਾਂ ਉਹਨੂੰ ਵੀ ਬਰਾਬਰ ਖਾਣਾ ਦੇਵਾਂਗੇ? ਨਹੀਂ, ਉਹਨੂੰ ਤਾਂ ਵੱਖਰੀ ਵੀ ਦੇਣੀ, ਉਹਨੂੰ ਵੱਖਰੀ ਦੇਵਾਂਗੇ। ਤੇ ਮੈਂ ਇਹਨੂੰ ਕੀ ਮੰਨਾਂ? ਡਿਸਕ੍ਰਿਮੀਨੇਟ ਮੰਨਾਂਗਾ। ਜਿਹੜੇ 3 ਬੰਦੇ ਰਿਸਟ ਪੁਸ਼ਟ ਹੈ ਉਹਨਾਂ ਦੇ ਬਰਾਬਰ ਨਹੀਂ, ਉਹਨੂੰ ਜ਼ਿਆਦਾ ਖਾਣਾ ਕਿਉਂ ਦਿੱਤਾ ਜੀ ਤੁਸੀਂ? ਉਹਨੂੰ ਕਿਉਂ ਵੱਖਰੀ ਤੁਸੀਂ ਵਿਸ਼ੇਸ਼ ਉਹਨੂੰ ਧਿਆਨ ਦੇ ਰਹੇ ਹੋ? ਮਤਲਬ ਕੀ ਆ, ਜਿਵੇਂ ਇੱਕ ਡਾਕਟਰ ਜਾਂ ਤੁਸੀਂ ਇੱਕ ਕਿਹਾ ਵੀ ਮਾਂ ਹਮੇਸ਼ਾ ਖਿਆਲ ਰੱਖਦੀ ਆ ਵੀ ਇਹ ਮੇਰਾ ਬੱਚਾ ਕਮਜ਼ੋਰ ਆ, ਇਹਦਾ ਆਰਥਿਕ ਜਿਹੜਾ ਇਹਨੂੰ ਲੋੜ ਆ ਵੀ ਇਹਦੀ ਕਹ ਲਓ ਬੁੱਧੀ ਦੇ ਵਿਕਾਸ ਲਈ ਇਹਨੂੰ ਖਾਣਾ ਵਧੀਆ ਦਿੱਤਾ ਜਾਵੇ, ਜ਼ਿਆਦਾ ਦਿੱਤਾ ਜਾਵੇ ਬਾਕੀਆਂ ਨਾਲ ਥੋੜਾ, ਕਿਉਂਕਿ ਬਾਕੀ ਤਾਂ ਤੰਦਰੁਸਤ ਨੇ। ਤਾਂ ਉਹਦੀ ਜਿਹੜੀਆਂ ਬਿਮਾਰੀਆਂ ਦੇ ਲੜਨ ਲਈ ਜਾਂ ਉਹਨੂੰ ਤੰਦਰੁਸਤੀ ਦੇ ਲਈ ਉਹਨੂੰ ਜ਼ਿਆਦਾ ਖਾਣਾ ਪ੍ਰੋਵਾਈਡ ਕਰਦੀ ਹੈ, ਡਿਸਕ੍ਰਿਮੀਨੇਟ ਨਹੀਂ ਮੰਨਿਆ ਜਾਏਗਾ। ਉਸੇ ਤਰ੍ਹਾਂ ਸੰਵਿਧਾਨ ਦੇ ਵਿੱਚ ਜਿਹੜੀ ਪਾਲਿਸੀ ਰੱਖੀ ਗਈ ਸੀ, ਉਹ ਜਿਹੜਾ ਵੀਕਰ ਸੈਕਸ਼ਨ ਸੀਗਾ, ਜਿਹੜਾ ਸਮਾਜਿਕ ਰੂਪ ਦੇ ਵਿੱਚ ਪਛੜਿਆ ਵਰਗ ਸੀਗਾ, ਉਹਨੂੰ ਬਰਾਬਰ ਲਿਆਉਣ ਲਈ ਇਹ ਰੱਖਿਆ ਗਿਆ ਹੈ। ਪਰ ਇਹਦੀ ਜਿਹੜੀ ਵਿਆਖਿਆ ਉਹ ਹਮੇਸ਼ਾ ਗਲਤ ਕੀਤੀ ਜਾਂਦੀ ਆ। ਦੂਸਰੀ ਗੱਲ, ਇਹ ਤੋਂ ਇੱਕ ਇਤਿਹਾਸ ਗਵਾਹ ਹੈ ਜਿਹੜਾ ਸੰਵਿਧਾਨ ਦੇ ਵਿੱਚ ਵੀ ਰਾਖਵਾਂਕਰਨ ਆ, ਜਾਂ ਅਸੀਂ ਇਹ ਕਹੀਏ ਵੀ ਜਦੋਂ ਬਾਬਾ ਸਾਹਿਬ ਕਮਿਊਨਲ ਅਵਾਰਡ ਲੈ ਕੇ ਆਉਂਦੇ ਆ ਬ੍ਰਿਟੇਨ ਦੀ ਗੌਰਮੈਂਟ ਤੋਂ, ਤੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਜਿਹੜਾ ਰਾਖਵਾਂਕਰਨ ਦਾ ਅਧਿਕਾਰ, ਬਾਬਾ ਸਾਹਿਬ ਦੀਆਂ ਦਲੀਲਾਂ ਪੜ੍ਹੋ, ਚਾਹੇ ਸਾਊਥ ਬੋਰ ਕਮੇਟੀ ਦੀਆਂ ਹੋਣ, ਚਾਹੇ ਬਾਬਾ ਸਾਹਿਬ ਨੇ ਸਾਈਮਨ ਕਮਿਸ਼ਨ ਮੂਹਰੇ ਆਪਣੇ ਤਰਕ ਦਿੱਤੇ, ਉਹ 'ਚ ਇਹੀ ਦਿੱਤੇ ਆ ਵੀ ਅਸੀਂ ਭਾਰਤੀ ਸਮਾਜ ਦਾ ਹਿੱਸਾ ਹੈਗੇ ਆ, ਪਰ ਸਾਡੀ ਜਿਹੜੀ ਹਾਲਾਤ ਆ, ਜਿਹੜੇ ਸਾਡੇ ਲੋਕ ਆ, ਉਹਨਾਂ ਦੇ ਨਾਲ ਜਿਹੜਾ ਵਰਤਾਰਾ ਉਹ ਕੁੱਤਿਆਂ ਨਾਲੋਂ ਵੀ ਭੈੜਾ ਹੁੰਦਾ ਹੈ। ਵੀ ਇੱਕ ਤਲਾਅ, ਚਾਹੇ ਮਹਾੜ ਤਲਾਅ ਦੀ ਵੀ ਐਗਜ਼ਾਮਪਲ ਲੈ ਲਓ, ਵੀ ਉੱਥੇ ਵੀ ਬਾਬਾ ਸਾਹਿਬ ਨੇ ਇਹੀ ਕਿਹਾ ਵੀ ਇੱਕ ਕੁੱਤਾ ਤਾਂ ਪਾਣੀ ਪੀ ਸਕਦਾ ਉਹਦੇ ਵਿੱਚੋਂ, ਪਰ ਅਛੂਤ ਜਿਹੜੇ ਸੋਸ਼ਲੀ ਬੈਕਵਰਡ ਆ ਉਹ ਪਾਣੀ ਵੀ ਨਹੀਂ ਪੀ ਸਕਦੇ। ਇਹ ਜਿਹੜੀ ਰਿਜ਼ਰਵੇਸ਼ਨ ਹੈ ਉਹਦੇ ਵਿੱਚੋਂ ਨਿਕਲਿਆ ਹੋਇਆ ਉਹਦਾ ਇਲਾਜ ਸੀਗਾ ਇੱਕ ਉਸ ਬਿਮਾਰੀ ਦਾ। ਪਰ ਇਹ ਜਿਹੜੀਆਂ ਸਰਕਾਰਾਂ ਆ ਜਾਂ ਜਿਹੜੇ ਮੈਂ ਕਹਾਂ ਜਿਹੜੇ ਰਾਜਨੀਤਿਕ ਰੂਪ 'ਚ ਭ੍ਰਿਸ਼ਟ ਲੋਕ ਨੇ, ਉਹਨਾਂ ਨੇ ਰਿਜ਼ਰਵੇਸ਼ਨ ਨੂੰ ਉਹ ਇੰਨਾ ਕਿ ਡਿਸਕ੍ਰਿਮੀਨੇਟ ਭਰ ਦਿੱਤਾ ਦੂਜਿਆਂ ਕਹਿ ਲਓ ਵੀ ਜਿਹੜੀਆਂ ਕਮਿਊਨਿਟੀਆਂ ਦੇ ਖਿਲਾਫ, ਵੀ ਤੁਹਾਡਾ ਤਾਂ ਉਹ ਹੱਕ ਖਾ ਰਹੇ ਨੇ। ਉਹ ਹੱਕ ਕਿੱਦਾਂ ਖਾ ਰਹੇ ਨੇ ਮੈਨੂੰ ਦੱਸਿਆ ਤਾਂ ਜਾਵੋ। ਜੇ ਗਿਣਤੀ ਤੁਹਾਡੇ ਬੱਚੇ 4 ਤੁਸੀਂ ਬਰਾਬਰ ਦਿੰਦੇ ਹੋ ਤੇ ਅਸੀਂ ਦੇਸ਼ ਦੇ ਬੱਚੇ ਨਹੀਂ, ਉਹ ਜਿਹੜੇ ਵੀਕਰ ਆ ਉਹਨਾਂ ਨੂੰ ਜੇ ਹੱਕ ਦਿੱਤਾ, ਉਹ ਗਲਤ ਕਿੱਦਾਂ ਹੋਇਆ? ਹੈ ਨਾ, ਤੁਸੀਂ ਜੋ ਕਰੋ ਠੀਕ ਆ, ਜੋ ਸੰਵਿਧਾਨ ਦੇ ਵਿੱਚ ਉਹ ਬਦਨਾਮ ਕਰਨ ਲਈ ਸੰਵਿਧਾਨ ਮਾੜਾ ਆ, ਰਿਜ਼ਰਵੇਸ਼ਨ ਮਾੜੀ ਆ। ਤੇ ਰਿਜ਼ਰਵੇਸ਼ਨ ਦੇ ਵਿੱਚ ਤੁਸੀਂ ਦੇਖੋ ਸਰਕਾਰਾਂ ਨੇ ਉਹਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ। ਜਿਹੜੀ ਤੁਸੀਂ ਪਹਿਲਾਂ ਵੀ ਆਪਾਂ ਸਵਾਲ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਜੇ ਸੰਵਿਧਾਨ ਬਾਕੀ ਦੇਸ਼ਾਂ ਦਾ ਵਧੀਆ ਹੁੰਦੇ ਹੋਏ ਵੀ ਮਾੜਾ ਕਿਉਂ? ਕਿਉਂਕਿ ਉਹਨੂੰ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ ਗਿਆ। ਜੇ ਉਹ ਸਹੀ ਤਰੀਕੇ ਨਾਲ ਲਾਗੂ ਹੁੰਦਾ ਸੰਵਿਧਾਨ, ਤਾਂ ਮੈਨੂੰ ਲੱਗਦਾ ਅੱਜ 70-75 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਵੀ ਹੋ ਗਏ ਆ। ਅਸੀਂ 75ਵਾਂ ਅੰਮ੍ਰਿਤ ਮਹਾ ਉਤਸਵ ਮਨਾ ਰਹੇ ਆ ਜੀ, ਮੋਦੀ ਸਰਕਾਰ, ਹੈ ਨਾ।
ਅਸੀਂ ਉਹ ਮਨਾ ਰਹੇ, ਪਰ ਉਹਦੇ ਵਿੱਚ ਵੀ ਦੇਖਿਆ ਜਾਵੇ, ਡਾਟੇ ਦੱਸੇ ਜਾਣ ਵੀ ਲੋਕਾਂ ਨੂੰ ਵੀ ਅੱਜ ਜਿਹੜੀ ਸ਼ਡਿਊਲ ਕਾਸਟ ਕਮਿਊਨਿਟੀਜ਼ ਨੇ, ਜਿਹੜੀਆਂ OBC ਕਮਿਊਨਿਟੀਜ਼ ਨੇ, ਉਹ ਕਿੰਨੀ ਪ੍ਰੋਗਰੈਸ ਕਰ ਗਈ, ਉਹਨਾਂ ਦਾ ਲਿਟਰੇਸੀ ਰੇਟ ਕੀ ਆ, ਉਹਨਾਂ ਦੀ ਜੌਬ ਦੇ ਵਿੱਚ ਹਿੱਸੇਦਾਰੀ ਕਿੰਨੀ ਆ, ਉਹਨਾਂ ਕੋਲ ਪ੍ਰਾਪਰਟੀ ਕਿੰਨੀ ਆ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਦੇਸ਼ ਨੇ ਤਰੱਕੀ ਕੀਤੀ ਆ ਕਿ ਨਹੀਂ ਕੀਤੀ। ਹੁਣ ਇਹ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ ਸੀਗੀਆਂ, ਪਰ ਇਹਨਾਂ ਤੋਂ ਭਟਕ ਚੁੱਕੇ ਆ, ਤੇ ਹਮੇਸ਼ਾ ਹੀ ਕੋਈ ਜਿਹੜੀਆਂ ਇੱਕ ਸੋ ਕਾਲਡ ਕਮਿਊਨਿਟੀਜ਼ ਨਹੀਂ, ਉਹ ਕਹਿੰਦੀ ਸਾਡਾ ਹੱਕ, ਜਦ ਕਿ ਇਹ ਕੋਈ ਨਹੀਂ ਹੈਗਾ। ਹਨਾ, ਜੇ ਇੱਕ ਪਾਸੇ ਅੱਗੇ ਅਸੀਂ ਵਿਰੋਧ ਕਰਦੇ ਸੀਗੇ ਬਈ ਜੀ ਜਿਹੜੀਆਂ ਰਿਜ਼ਰਵ ਚੋਂ ਨਿਕਲੇ ਹੋਏ ਡਾਕਟਰ ਇੰਜੀਨੀਅਰ ਇਹ ਮਾੜੇ ਆ ਬ੍ਰਿਜ, ਜਦ ਕਿ ਤੁਸੀਂ ਦੇਸ਼ ਦੇ ਵਿੱਚ ਭਗੌੜੇ ਲਾ ਲਓ, ਉਹਨਾਂ 'ਚ ਕਿੰਨੇ ਜਿਹੜੇ ਸ਼ਡਿਊਲ ਕਾਸਟ ਸੀਗੇ, ਕਿੰਨੇ ਰਿਜ਼ਰਵ ਬੰਦੇ ਸੀਗੇ, ਜਿਹੜੇ ਬ੍ਰਿਜ ਟਿੱਠੇ ਕਿੰਨੇ ਉਹਦਾ 'ਚ ਕੰਮ ਕਰਦੇ, ਉਹ ਤਾਂ ਵਧੀਆ ਸੀਗੇ। ਫਿਰ ਉਹਨਾਂ ਨੂੰ ਕਦੀ ਇਲਜ਼ਾਮ ਨਹੀਂ ਦਿੰਦੇ। ਸਿਰਫ ਜਿਹੜੀ ਚੀਜ਼ ਸਾਨੂੰ ਇੱਕ ਮਾੜਾ ਜਾਂ ਇੱਕ ਰਾਜਨੀਤਿਕ ਲੋਕ ਇਹਦਾ ਜਿਹੜੇ ਮਤਲਬ ਖੁਸ਼ ਕਰਨ ਲਈ, ਮੈਂ ਇਹ ਕਹੂੰਗਾ ਭਲਾ ਕਰਨ ਲਈ ਨਹੀਂ ਦੇਸ਼ ਦਾ, ਉਹ ਸਿਰਫ ਇੱਕ ਖਾਸ ਕਮਿਊਨਿਟੀ ਨੂੰ ਖੁਸ਼ ਕਰਨ ਲਈ ਇਹ ਬਿਆਨ ਦਿੰਦੇ ਅਸੀਂ ਰਿਜ਼ਰਵੇਸ਼ਨ ਖਤਮ ਕਰਾਂਗੇ, ਅਸੀਂ ਆਹ ਕਰਾਂਗੇ। ਉਹ ਐਕਚੁਅਲੀ ਰਿਜ਼ਰਵੇਸ਼ਨ ਨੂੰ ਲਾਗੂ ਹੀ ਸਹੀ ਤਰੀਕੇ ਨਾਲ ਕਦੋਂ ਕੀਤਾ, ਇਹ ਦੱਸਣ, ਇਹ ਜਵਾਬ ਦੇਣ। ਜੇ ਸਹੀ ਤਰੀਕੇ ਨਾਲ ਲਾਗੂ ਕੀਤਾ ਹੁੰਦਾ ਤਾਂ ਅੱਜ ਸਾਡੇ ਬੱਚਿਆਂ ਨੂੰ ਲੋੜ ਹੀ ਨਹੀਂ ਪੈਂਦੀ ਸਾਡੇ ਦੇਸ਼ ਨੂੰ, ਅਸੀਂ ਉਸ ਸਮਾਜ ਨੇ ਤਰੱਕੀ ਕਰ ਚੁੱਕੇ ਹੋਣੇ। ਜੇ ਤਰੱਕੀ ਕਰ ਚੁੱਕਾ ਹੁੰਦਾ ਤਾਂ ਰਿਜ਼ਰਵੇਸ਼ਨ ਦੀ ਲੋੜ ਹੀ ਨਹੀਂ ਸੀ ਪੈਣੀ। ਕਜਲਾ ਸਾਹਿਬ, ਇਹਦੇ ਨਾਲ ਦਾ ਹੀ ਇੱਕ ਹੋਰ ਸਵਾਲ ਹੈਗਾ ਆ, ਜਿਵੇਂ ਰਿਜ਼ਰਵੇਸ਼ਨ ਵੀ ਦਿੱਤੀ ਗਈ, ਖਾਸ ਜਿਹੜੇ ਪਿੱਛੇ ਰਹਿ ਚੁੱਕਾ ਗਰੀਬ ਜਿਹੜਾ ਸਮਾਜ ਸੀਗਾ ਜਾਂ ਕਮਜ਼ੋਰ ਵਰਗ ਨੂੰ ਰਿਆਇਤਾਂ ਵੀ ਦਿੱਤੀਆਂ ਗਈਆਂ ਰਿਜ਼ਰਵੇਸ਼ਨ ਦੇ ਨਾਮ ਦੇ ਉੱਤੇ, ਫਿਰ ਵੀ ਅੱਜ ਸਮਾਜ ਦੇ ਵਿੱਚ ਬਰਾਬਰਤਾ ਕਿਉਂ ਨਹੀਂ ਹੈ, ਜਦ ਕਿ ਤੁਹਾਡੇ ਕਹਿਣ ਦੇ ਮੁਤਾਬਕ ਸੰਵਿਧਾਨ ਜਿਹੜਾ ਆ ਉਹ ਪਿੱਛੇ ਰਹਿ ਚੁੱਕੇ ਸਮਾਜ ਨੂੰ ਵੱਧ ਅਧਿਕਾਰ ਦੇ ਕੇ ਅੱਗੇ ਲੈ ਕੇ ਜਾਣਾ ਚਾਹੁੰਦਾ। 75 ਸਾਲ ਦੀ ਆਜ਼ਾਦੀ ਦੇ ਵਿੱਚ ਅੱਜ ਵੀ ਬਹੁਤਾ ਵਰਗ ਇੱਦਾਂ ਦਾ ਜਿਹਦੇ ਕੋਲ ਆਪਣੀ ਜ਼ਮੀਨ ਨਹੀਂ ਹੈ, ਬਹੁਤਾ ਵਰਗ ਇੱਦਾਂ ਦਾ ਜਿਹਦੇ ਕੋਲ ਆਪਣੇ ਰਹਿਣ ਦੇ ਵਾਸਤੇ ਘਰ ਵੀ ਨਹੀਂ ਹੈ, ਬਹੁਤਾ ਵਰਗ ਇੱਦਾਂ ਦਾ ਅੱਜ ਵੀ ਹੈ ਜਿਹਦੇ ਕੋਲ ਆਪਣੇ ਬੱਚੇ ਪੜ੍ਹਾਉਣ ਦੇ ਲਈ ਪੈਸਾ ਵੀ ਨਹੀਂ ਆ ਜਾਂ ਪੜ੍ਹਾਈ ਦੇ ਕੋਈ ਸਾਧਨ ਨਹੀਂ ਹੈਗੇ। ਬਹੁਤੇ ਲੋਕ ਇੱਦਾਂ ਦੇ ਵੀ ਆ ਜਿਹੜੇ ਫੁੱਟਪਾਥਾਂ 'ਤੇ ਸੌਂਦੇ ਨੇ, ਬਹੁਤੇ ਲੋਕ ਇੱਦਾਂ ਦੇ ਵੀ ਨੇ ਜਿਹੜੇ ਅੱਜ ਵੀ ਭੀਖ ਮੰਗਣ ਲਈ ਮਜਬੂਰ ਨੇ, ਬਹੁਤੇ ਲੋਕ ਅੱਜ ਵੀ ਇੱਦਾਂ ਦੇ ਨੇ ਜਿਹੜੇ ਬਿਨਾਂ ਇਲਾਜ ਤੋਂ ਇਸ ਧਰਤੀ ਤੋਂ ਚਲੇ ਜਾਂਦੇ ਨੇ। ਉਹਨਾਂ ਦੇ ਵਿੱਚ ਤੇ ਜ਼ਮੀਨ ਤੇ ਅਸਮਾਨ ਦਾ ਫਰਕ ਜਿਹੜਾ ਅੱਜ ਬਹੁਤ ਅਮੀਰੀ ਦਾ ਅੰਤਰੀ, ਗਰੀਬੀ ਦਾ ਅੰਤਰੀ, ਇਹ ਪਾੜਾ ਨੇੜੇ ਨਹੀਂ ਹੋਇਆ, ਸਗੋਂ ਵੱਧਦਾ ਜਾ ਰਿਹਾ। ਫਿਰ ਇੱਥੇ ਸੰਵਿਧਾਨ ਨੇ ਕਿੱਥੇ ਕੰਮ ਕੀਤਾ, ਕੀ ਕਾਰਨ ਰਹਿ ਗਿਆ? ਇਹਦੇ ਵਿੱਚ ਲੋਕਾਂ ਦਾ ਕਸੂਰ ਸੀ ਜਾਂ ਸਰਕਾਰਾਂ ਦਾ? ਦੇਖੋ, ਤੁਹਾਡੀ ਇਸ ਗੱਲ ਦਾ ਗੁੜਾ ਸਾਹਿਬ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਸਭਾ 'ਚ ਹੀ ਜਵਾਬ ਦਿੱਤਾ। ਉਹਨਾਂ ਨੇ ਕੀ ਕਿਹਾ ਸੀਗਾ ਵੀ ਕਿਸੇ ਵੀ ਦੇਸ਼ ਦਾ ਸੰਵਿਧਾਨ ਕਿੰਨਾ ਵੀ ਵਧੀਆ ਕਿਉਂ ਨਾ ਹੋਵੇ, ਜੇ ਉਸ ਨੂੰ ਲਾਗੂ ਕਰਨ ਵਾਲੇ ਲੋਕ ਬੁਰੇ ਹੋਣਗੇ ਉਹ ਸੰਵਿਧਾਨ ਬੁਰਾ ਹੀ ਸਾਬਤ ਹੋਏਗਾ। ਕਿਸੇ ਵੀ ਦੇਸ਼ ਦਾ ਸੰਵਿਧਾਨ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਜੇ ਉਸ ਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਹੋਣਗੇ ਤਾਂ ਚੰਗਾ ਸਾਬਤ ਹੋਏਗਾ। ਹੁਣ ਇੱਥੋਂ ਤੁਸੀਂ ਦੇਖ ਲਓ ਵੀ 1950 ਤੋਂ ਲੈ ਕੇ ਅੱਜ 2022 ਚੱਲ ਰਿਹਾ, ਕਿਹੜੀਆਂ ਸਰਕਾਰਾਂ ਨੇ ਕੰਮ ਕੀਤਾ ਤੇ ਉਹਨਾਂ ਨੇ ਸੰਵਿਧਾਨ ਦੀ ਜਿਹੜੀ ਮੂਲ ਭਾਵਨਾ, ਜਿਹੜੀ ਤੁਹਾਨੂੰ ਸੰਵਿਧਾਨ ਦੀ ਪ੍ਰੈਂਬਲ ਪ੍ਰਸਤਾਵਨਾ 'ਚੋਂ ਵੀ ਮਿਲਦੀ ਆ, ਸੰਵਿਧਾਨ ਦੇ ਫੰਡਾਮੈਂਟ ਰਾਈਟ 'ਚੋਂ ਵੀ ਮਿਲਦੀ ਆ, ਉਹਦੇ ਅਨੁਸਾਰ ਕਿੰਨਾ ਕੰਮ ਕੀਤਾ ਉਹਨਾਂ ਨੇ। ਮੈਂ ਇਹ ਮੰਨ ਕੇ ਚੱਲਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਅੱਜ ਤੱਕ ਸੰਵਿਧਾਨ ਦੇ ਜੋ ਮਕਸਦ ਸੀਗੇ, ਨਿਰਧਾਰਿਤ ਕੀਤੇ ਗਏ ਸੀ ਕਾਨੂੰਨ ਘਾੜਿਆਂ ਵੱਲੋਂ, ਸੰਵਿਧਾਨ ਦੇ ਨਿਰਮਾਤਾ ਵੱਲੋਂ, ਉਹਨਾਂ ਨੂੰ ਅਚੀਵ ਕਰਨ ਲਈ ਬਹੁਤ ਵੱਡੀ ਕੋਸ਼ਿਸ਼ ਨਹੀਂ ਕੀਤੀ ਗਈ। ਉਹ ਨੀਤ ਦੇ ਵਿੱਚ ਬਦਨੀਤੀ ਰਹੀ ਹਮੇਸ਼ਾ ਹੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਜੇ ਇਹ ਲੋਕ ਪੜ੍ਹ ਗਏ, ਇਹ ਲੋਕ ਰੋਜ਼ਗਾਰ ਆਪਣਾ ਆਪ ਨਿਰਭਰ ਹੋ ਗਏ, ਰੋਜ਼ਗਾਰ ਪੈਦਾ ਕਰ ਲਏ, ਤਾਂ ਜਿਹੜੀ ਸਾਡੀ ਸੱਤਾ ਉਹ ਖਤਮ ਹੋ ਜਾਏਗੀ, ਸਾਡੀ ਜਿਹੜੀ ਸਰਕਾਰ ਦੇ ਵਿੱਚ ਮੋਨੋਪੋਲੀ ਜਾਂਦੀ ਲੱਗੇਗੀ, ਇਹ ਲੋਕ ਬਰਾਬਰ ਦੇ ਇਲੈਕਸ਼ਨ ਲੜਨ ਜੋਗੇ ਹੋ ਜਾਣਗੇ, ਇਹ ਲੋਕ ਜਿਹੜਾ ਸੰਵਿਧਾਨ ਜਿਹੜੀ ਆਪਣੀ ਸੰਸਦ ਆ ਉੱਤੇ ਕਬਜ਼ਾ ਕਰ ਲੈਣਗੇ। ਤੇ ਉਹਨਾਂ ਨੇ ਇਹਨਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਦੇ ਵਿੱਚ ਸਾਰੇ ਇਹ ਚੀਜ਼ਾਂ ਦਿੱਤੀਆਂ ਗਈਆਂ ਜਿਨ੍ਹਾਂ ਨਾਲ ਉਹ ਇਹ ਹਾਸਲ ਕਰ ਸਕਦੇ ਆ, ਪਰ ਉਹਨਾਂ ਨੂੰ ਕਿੱਥੇ ਉਲਝਾਤਾ। ਮੈਂ ਪਹਿਲਾਂ ਕਹਿ ਚੁੱਕਾ ਵੀ ਆਟਾ ਦਾਲ ਸਕੀਮਾਂ ਦੇ ਵਿੱਚ, ਛੋਟੇ ਛੋਟੇ ਲਾਲਚਾਂ ਦੇ ਵਿੱਚ। ਤੇ ਤੁਹਾਡੀ ਜਿਹੜੇ ਸਮਾਜ ਦੀ ਦੂਜੀ ਗੱਲ ਇਹ ਵੀ ਦੇਖੋਗੇ, ਜਿਹੜੇ ਲੋਕ ਮਾੜੀ ਮੋਟੀ ਕੋਈ ਤਰੱਕੀ ਕਰਦੇ ਆ ਉਹਨਾਂ ਨੂੰ ਵੈਸੇ ਇਦਾਂ ਦੀਆਂ ਉਲਝਣਾ ਚੁਲਝਾ ਦਿੰਦੇ ਆ ਵੀ ਉਹ ਅੱਗੇ ਸੋਚ ਹੀ ਨਾ ਸਕਣ ਤੇ ਉਹ ਆਪਣੇ ਪਰਿਵਾਰਾਂ ਤੋਂ ਇਹਨੂੰ ਬਾਹਰ ਨਿਕਲ ਸਕਣ। ਤੇ ਜਿਹੜੇ ਸਮਾਜ ਸੇਵੀ ਹੁੰਦੇ ਜਾਂ ਜਿਹੜੇ ਸੰਵਿਧਾਨ ਦੀ ਆਵਾਜ਼ ਦੀ ਗੱਲ ਚੱਕਣ ਦੀ ਗੱਲ ਕਰਦੇ ਆ, ਬਹੁਤ ਸਾਰੇ ਬੁੱਧੀਜੀਵੀਆਂ ਨੂੰ ਤਾਂ ਚੱਕ ਕੇ ਜੇਲ੍ਹਾਂ 'ਚ ਦੇ ਦਿੰਦੇ ਆ। ਤੇ ਇਸ ਕਰਕੇ ਇਦਾਂ ਦੀਆਂ ਬਹੁਤ ਸਾਰੀਆਂ ਕਹਿ ਲਓ ਵੀ ਕਾਰਨ ਨੇ ਵੀ ਸੰਵਿਧਾਨ ਵਧੀਆ ਹੋਣ ਦੇ ਬਾਵਜੂਦ ਵੀ, ਉੱਤਮ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਉਹ ਉਦੇਸ਼ ਸੀਗਾ, ਜਿਹੜਾ ਮੈਨੂੰ ਲੱਗਦਾ ਆ ਵੀ 10 ਕੁ ਸਾਲ ਦੇ ਵਿੱਚ ਅਚੀਵ ਕਰ ਸਕਦੇ ਸੀ, 5 ਤੋਂ 10 ਸਾਲ ਦੇ ਵਿੱਚ, ਉਹ ਅੱਜ ਤੱਕ ਨਹੀਂ ਅਚੀਵ ਕਰ ਸਕੇ।
ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਰੋਲ ਰਿਹਾ ਆ ਉਹ ਪੋਲੀਟੀਕਲ ਪਾਰਟੀਆਂ ਦਾ ਰਿਹਾ ਆ, ਦੂਜੇ ਨੰਬਰ ਤੇ ਵੋਟਰਾਂ ਦਾ ਰਿਹਾ ਆ। ਕਿਉਂਕਿ ਵੋਟਰਾਂ ਨੇ ਹਮੇਸ਼ਾ ਹੀ ਵੋਟ ਉਹਨਾਂ ਨੂੰ ਕੰਮ ਦੇ ਆਧਾਰ ਤੇ ਨਹੀਂ, ਸਾਨੂੰ ਕੀ ਦਿੱਤਾ ਉਹਦੇ ਆਧਾਰ ਤੇ ਦਿੱਤੀ ਹੈ। ਜੇ ਉਹ ਵੋਟ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਦਿੰਦੇ ਜਾਂ ਉਹਨਾਂ ਨੂੰ ਉਹਨਾਂ ਦੀਆਂ ਸਕੀਮਾਂ ਦੇ ਆਧਾਰ ਤੇ ਦਿੰਦੇ ਤਾਂ ਮੈਨੂੰ ਲੱਗਦਾ ਕਦੀ ਵੀ ਇਹ ਜਿਹੜਾ ਅਸੀਂ ਅੱਜ ਚਰਚਾ ਕਰਦੇ ਸਾਨੂੰ ਲੋੜ ਹੀ ਨਾ ਪੈਂਦੀ। ਸੰਵਿਧਾਨ ਜਿਹੜਾ ਹੈਗਾ ਆ, ਜਿਹੜੇ ਬਹੁਤ ਸਾਰੇ, ਜਿਵੇਂ ਇੱਕ ਮੇਰਾ ਲਾਈਨ ਉਹਦਾ ਜਵਾਬ ਨਹੀਂ ਮਿਲ ਸਕਿਆ ਵੀ ਜਿਹੜੇ ਲੋਕ ਜਿਨ੍ਹਾਂ ਕੋਲ ਰਹਿਣ ਲਈ ਥਾਂ ਨਹੀਂ ਜਾਂ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਲਈ ਕੀ ਰਿਆਇਤ ਹੈਗੀ ਆ ਇਸ ਸੰਵਿਧਾਨ ਦੇ ਵਿੱਚ? ਦੇਖੋ ਜਿਹੜੇ ਸੰਵਿਧਾਨ ਦੇ ਇੱਕ ਮੌਲਿਕ ਅਧਿਕਾਰ ਨਾਲ ਗੱਲ ਪੂਰੀ ਕਰਦੇ ਹਾਂ, ਬਹੁਤੇ ਲੋਕ ਇਦਾਂ ਦੇ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ, ਕਈ ਬੋਰੀ ਵਿਛਾਉਣ ਲਈ ਥਾਂ ਨਹੀਂ ਕਿਸੇ ਕੋਲ, ਇਹ ਪਾੜਾ ਕਿੱਦਾਂ ਘਟ ਸਕਦਾ? ਇਹਦੇ ਵਿੱਚ ਸੰਵਿਧਾਨ ਦੇ ਵਿੱਚ ਕੀ ਇਹਦੇ ਲਈ ਹੈ? ਦੇਖੋ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੀ ਜਿਹੜੇ ਸੰਵਿਧਾਨ ਦੇ ਅਸੀਂ ਕਹਿ ਲਓ ਵੀ ਇੱਕ ਵਧੀਆ ਉਹਦਾ ਭਾਗ ਹੈਗਾ ਭਾਗ 3 ਜੀ, ਜਿਹਨੂੰ ਅਸੀਂ ਮੌਲਿਕ ਅਧਿਕਾਰ ਕਹਿੰਦੇ ਹਾਂ ਜੀ। ਮੌਲਿਕ ਅਧਿਕਾਰਾਂ ਦੇ ਵਿੱਚ ਅਸੀਂ ਗੱਲ ਆਰਟੀਕਲ 14 ਤੋਂ ਸ਼ੁਰੂ ਕਰ ਲਈਏ ਤਾਂ ਆਰਟੀਕਲ 32 ਤੱਕ ਜਿਹੜੇ ਵਿੱਚ ਹੈਗੇ ਉਹਨਾਂ ਦੇ ਵਿੱਚ ਤੁਸੀਂ ਪੜੋਗੇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਨੇ ਉਹ 'ਚ ਵੀ ਬਰਾਬਰ ਕਰਨ ਦੇ ਲਈ ਰਿਜ਼ਰਵੇਸ਼ਨ ਉਹਦੇ ਵਿੱਚ ਹੀ ਰੱਖੀ ਜਾਂਦੀ ਆ। ਉਹਦੇ ਵਿੱਚ ਤੁਹਾਨੂੰ ਹਰ ਤਰੀਕੇ ਨੂੰ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਆ। ਵੀ ਹੁਣ ਆਪਾਂ ਗੱਲ ਕਰਦੇ ਆਰਟੀਕਲ 21 ਦੀ ਗੱਲ ਕਰ ਲਈ, ਉਹ ਬੰਦੇ ਨੂੰ ਜੀਉਣ ਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ ਦਿੰਦਾ। ਹੁਣ ਜੇ ਬੰਦੇ ਕੋਲ ਉਹਦੇ ਕੋਲ ਆਰਥਿਕ ਸਾਧਨ ਨਹੀਂ ਹੈਗੇ, ਉਹਦੇ ਕੋਲ ਰੋਟੀ ਨਹੀਂ, ਤਾਂ ਉਹ ਆਪਣੇ ਇਸ ਅਧਿਕਾਰ ਨੂੰ ਕਿੱਦਾਂ ਮਾਣ ਸਕਦਾ? ਇਹਦਾ ਮਤਲਬ ਸਰਕਾਰ ਦਾ ਫਰਜ਼ ਬਣਦਾ ਸੀਗਾ ਵੀ ਹਰ ਵਿਅਕਤੀ ਦਾ ਰੋਜ਼ਗਾਰ ਨੂੰ ਇਨਸ਼ੋਰ ਕਰੇ। ਹੁਣ ਉਹਨੇ ਕੀ ਇਨਸ਼ੋਰ ਕੀਤਾ? ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਸਕੀਮ ਬਣਾਤੀ, ਮਨਰੇਗਾ ਜਿਹਨੂੰ ਤੁਸੀਂ ਕਹਿੰਦੇ ਹੋ। 250 ਰੁਪਏ ਦਿਹਾੜੀ ਦਿੰਦੇ ਆ, 242 ਰੁਪਏ ਜਿੰਨੇ ਵੀ, 2 ਰੁਪਏ ਕਿਲੋ ਆਟਾ ਦਾਲ ਦਿੱਤਾ, ਲੋਕ ਸਿਰਫ ਉਹਦੇ ਨਾਲ ਖੁਸ਼ ਹੋ ਗਏ। ਅਸੀਂ ਜਿਹੜੀਆਂ ਸਰਕਾਰਾਂ ਨੂੰ, ਮੈਂ ਤੁਹਾਨੂੰ ਪਹਿਲੇ ਕਿਹਾ ਵੀ ਸਰਕਾਰ ਕੋਲ ਜਿਹੜੀ 9ਵੀਂ ਅਨੁਸੂਚੀ ਦੀ ਹੋਂਦ ਕਿੱਦਾਂ ਆਈ ਆ? ਅੱਜ ਸੰਵਿਧਾਨ ਜਦੋਂ ਪਾਸ ਹੋਇਆ ਸੀ ਉਹ 'ਚ 8 ਅਨੁਸੂਚੀਆਂ ਸੀਗੀਆਂ। 9ਵੀਂ ਅਨੁਸੂਚੀ ਜਿਹੜੀ ਤੁਹਾਡੀ ਗੱਲ ਦਾ ਜਵਾਬ ਆ ਵੀ ਉਹਦੇ ਵਿੱਚ ਕਾਨੂੰਨ ਬਣਾਏ ਗਏ ਸਰਕਾਰਾਂ ਵੱਲੋਂ ਵੀ ਇੱਕ ਜਿਹੜੇ ਵਿਅਕਤੀ ਆ ਮੈਕਸਿਮਮ ਐਨੀ ਲਿਮਿਟ ਤੋਂ ਵੱਧ ਖੇਤ ਨਹੀਂ ਰੱਖ ਸਕਦਾ। ਉਹ 'ਚ ਫਿਕਸ ਕੀਤੀ ਗਈ ਆ। ਕਿੰਨੀ ਹੈ ਲਿਮਿਟ? ਉਹ ਲਿਮਿਟ ਤੁਹਾਨੂੰ ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਹੈਗੀ ਆ। ਉਹ 'ਚ ਆਪਾਂ ਇੱਕ ਨਹੀਂ ਕਹਿ ਸਕਦੇ। ਮੰਨ ਲਈਏ ਪੰਜਾਬ 'ਚ, ਹਾਂ, ਉਹਦੀ ਮਤਲਬ ਆਪਣੀ ਇੱਕ ਲਿਮਿਟ ਹੈ। ਉਹ ਉਹਨਾਂ ਨੇ ਕੀ ਕੀਤੀ, ਬੇਨਾਮੀਆਂ ਪ੍ਰਾਪਰਟੀਆਂ ਸ਼ੁਰੂ ਕਰ ਲਈਆਂ। ਉਹ ਜਿੰਨੇ ਮੈਂਬਰ ਸੀ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਵੀ ਤੁਸੀਂ ਦੇਖੋਗੇ ਜਿਹੜੀਆਂ ਲੋਕਾਂ ਦੇ ਤੁਸੀਂ ਕਹਿੰਦੇ ਨੇ ਇੰਨੇ, ਉਹ ਆਪਣੇ ਨਾਮ ਤੇ ਇੰਨੀਆਂ ਪ੍ਰਾਪਰਟੀਆਂ ਨਹੀਂ, ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ, ਆਪਣੇ ਮਤਲਬ ਕੰਮਕਾਰ ਜਿਹੜੇ ਘਰ 'ਚ EMPLOYEE ਰੱਖੇ ਉਹਨਾਂ ਦੇ ਨਾਮ ਤੇ ਪਤਾ ਨਹੀਂ ਕਿੰਨੇ ਖੇਤ ਬੋਲ ਰਹੇ। ਕਿਉਂਕਿ ਜਿਹੜੇ 9ਵੀਂ ਅਨੁਸੂਚੀ ਦੇ ਵਿੱਚ ਇਹੀ ਆ, ਉਹ ਸੀਲਿੰਗ ਕਾਨੂੰਨ ਬਣੇ ਵੀ ਇੰਨੀ ਲਿਮਿਟ ਤੱਕ ਹੀ ਇੱਕ ਵਿਅਕਤੀ ਆਪਣੀ ਪ੍ਰਾਪਰਟੀ ਰੱਖ ਸਕਦਾ। ਜੁਆਇੰਟ ਫੈਮਲੀਆਂ ਵੱਧ ਰੱਖ ਸਕਦੀਆਂ, ਜੇ ਕੋਈ ਇੱਕ ਇਕੱਲਾ ਵਿਅਕਤੀ ਉਹ ਇਦੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ। ਤਾਂ ਇਹ ਕਾਨੂੰਨ ਤਾਂ ਬਣੇ ਹੋਏ ਨੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹਦਾ ਜਿਹੜਾ ਉਹ ਚੋਰ ਮੋਰੀਆਂ ਵੀ ਲੱਭ ਲੈਂਦੇ ਨੇ ਵੀ ਉਹ ਅੱਖਾਂ 'ਚ ਘੱਟਾ ਪਾ ਦਿਓ। ਹੁਣ ਇੱਕ ਬੰਦਾ ਘਰ 'ਚ ਕੰਮ ਕਰਦਾ, ਉਹਨੂੰ 5-10 ਹਜ਼ਾਰ ਰੁਪਏ ਤਨਖਾਹ, ਉਹਨੂੰ ਕਹਿੰਦੇ ਵੀ ਤੂੰ ਕੰਮ ਹੀ ਕਰਨਾ, ਉਹਦੇ ਨਾਮ ਤੇ ਜ਼ਮੀਨ ਖਰੀਦੋ, ਉਹਨੂੰ ਪਤਾ ਹੀ ਨਹੀਂ, ਉਹਦੇ ਕੋਲ ਪਾਵਰ ਅਟਾਰਨੀਆਂ ਲੈ ਕੇ ਰੱਖੀਆਂ ਹੁੰਦੀਆਂ। ਇੱਦਾਂ ਹੀ ਬਹੁਤ ਸਾਰੇ ਰਾਜਾਂ ਦੇ ਵਿੱਚ, ਭਾਰਤ ਦੇ ਬਹੁਤ ਸਾਰੇ ਰਾਜਾਂ 'ਚ ਕਾਨੂੰਨ ਬਣੇ ਹੋਏ ਨੇ। ਫਿਰ ਜਿਹੜੀਆਂ ਤੁਹਾਨੂੰ ਮੈਂ ਇਹੀ ਕਹਿ ਰਿਹਾ ਵੀ ਜੇ ਸਰਕਾਰ ਚਾਹੇ ਵੀ ਜਿਹੜੇ ਤੁਹਾਡੇ ਕੋਲ ਆਰਟੀਕਲ 14 ਤੋਂ ਲੈ ਕੇ ਆਰਟੀਕਲ 32 ਤੱਕ ਇੰਨੇ ਕੁ ਸੰਵਿਧਾਨ ਸਰਕਾਰਾਂ ਨੂੰ ਪਾਵਰ ਦਿੰਦਾ ਆ ਵੀ ਉਹ ਚਾਹੁਣ ਇਸ ਪਾੜੇ ਨੂੰ ਖਤਮ ਕਰ ਸਕਦੀਆਂ ਨੇ। ਪਰ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੀਆਂ ਅੱਜ ਦੇਖੋ ਤੁਸੀਂ, ਅਸੀਂ ਜੇ ਗੱਲ ਕਰੀਏ ਕਿਤੇ ਨਾ ਕਿਤੇ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀਗੀ ਉਹਨਾਂ ਨੇ ਨੈਸ਼ਨਲਾਈਜ਼ ਕੀਤਾ। ਜਦੋਂ ਅੰਬੇਡਕਰੀ ਸਾਡੇ ਕਹਿ ਲਓ ਵੀ ਬਜ਼ੁਰਗਾਂ ਨੇ ਅੰਦੋਲਨ ਕੀਤਾ ਵੀ ਇਹਨਾਂ ਨੂੰ ਨੈਸ਼ਨਲਾਈਜ਼ ਕੀਤਾ ਜਾਵੇ ਬੈਂਕਾਂ ਨੂੰ, ਤਾਂ ਬੈਂਕਾਂ ਸਾਡੇ ਉਸ ਅੰਬੇਡਕਰੀਆਂ ਦੇ ਅੰਦੋਲਨ ਕਰਕੇ ਨੈਸ਼ਨਲਾਈਜ਼ ਹੋਈਆਂ। ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਿਆ। ਪਰ ਤੁਸੀਂ ਮੈਨੂੰ ਅੱਜ ਦੀ ਪਿਛਲੇ ਜਿਹੜੀ BJP ਦੀ ਗਵਰਨਮੈਂਟ ਆਈ ਆ, ਕਿੰਨੀਆਂ ਬੈਂਕਾਂ ਨਵੀਆਂ ਸਰਕਾਰੀ ਖੁੱਲ੍ਹੀਆਂ, ਉਲਟਾ ਪ੍ਰਾਈਵੇਟਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਆ। ਮਤਲਬ ਜੌਬ ਘਟ ਗਈਆਂ। ਉਹ ਕਹਿੰਦੇ ਰਿਜ਼ਰਵੇਸ਼ਨ ਖਤਮ ਨਾ ਕਰੋ, ਰਿਜ਼ਰਵੇਸ਼ਨ ਖਤਮ ਨਹੀਂ ਕਰਨੀ, ਅਸੀਂ ਸਰਕਾਰੀ ਪੋਸਟਾਂ ਹੀ ਖਤਮ ਕਰ ਦੇਣੀਆਂ। ਜੇ ਪੋਸਟਾਂ ਹੀ ਖਤਮ ਹੋ ਗਈਆਂ, ਉੱਥੇ ਵੀ ਤੁਹਾਡਾ ਫੇਲ ਹੋ ਗਿਆ ਰਿਜ਼ਰਵੇਸ਼ਨ ਪਾਲਿਸੀ। ਤੁਸੀਂ ਗੱਲ ਕਰਦੇ ਪ੍ਰਾਪਰਟੀ ਦੀ, ਪ੍ਰਾਪਰਟੀ ਉਹਨਾਂ ਨੇ ਪਹਿਲਾਂ ਹੀ ਆਪਣੇ, ਤੁਹਾਨੂੰ ਮੈਂ ਕਿਹਾ ਵੀ ਬੇਨਾਮੀ ਪ੍ਰਾਪਰਟੀਆਂ ਬਣਾ ਲਈਆਂ ਆਪਣੇ, ਉਹਨੂੰ ਪਤਾ ਵੀ ਮੈਂ ਇਦੋਂ ਬਾਅਦ ਰੱਖ ਨਹੀਂ ਸਕਦਾ, ਉਹਨਾਂ ਨੇ ਦੂਜਿਆਂ ਦੇ ਨਾਮ ਤੇ ਕਰ ਲਈਆਂ। ਤੇ ਕਿਤੇ ਨਾ ਕਿਤੇ ਉਹ ਜਿਹੜੀਆਂ ਲੂਪ ਹੋਲ ਲੱਭ ਕੇ ਉਹਨਾਂ ਨੇ ਇਹਨੂੰ ਮਿਸਯੂਜ਼ ਕੀਤਾ। ਤੇ ਸਰਕਾਰਾਂ, ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਵੀ ਤੁਸੀਂ ਅੱਜ ਵੀ ਜੇ ਭਾਰਤ ਦੇ ਵਿੱਚ ਟੌਪ ਦੇ
ਰਿਚੈਸਟ ਮੈਨ ਜਾਂ ਅਮੀਰ ਵਿਅਕਤੀਆਂ ਦੀ ਲਿਸਟ ਪਹੁੰਚੋ ਤਾਂ ਉਹ 'ਚ ਮੈਨੂੰ ਦੱਸੋ ਵੀ ਥੱਲੜੀ ਲੈਵਲ ਤੋਂ ਉੱਠ ਕੇ ਕਿੰਨੇ ਵਿਅਕਤੀ ਆਏ ਨੇ। ਉਹ 'ਚ ਬਹੁਤ ਕੋਈ ਵੀ ਨਹੀਂ ਹੈਗਾ। ਤਕਰੀਬਨ ਉਹਨਾਂ ਦੇ ਬਿਜ਼ਨਸ, ਉਹ ਇੱਕ ਸੋ ਕਾਲਡ ਜਿਹੜੀ ਕਮਿਊਨਿਟੀ ਆ, ਉਹਨਾਂ ਨੂੰ ਸਰਕਾਰ ਨੇ ਵੀ ਫੰਡਿੰਗ ਕੀਤੀ, ਲੋਨ ਈਜ਼ੀਲੀ ਮਿਲ ਗਏ। ਹੁਣ ਸਾਡੇ ਲੋਕਾਂ ਨੂੰ ਤਾਂ ਕਹਿ ਲਓ ਵੀ ਕਿਸੇ ਨੇ, ਮੈਂ ਇਹ ਕਹਿ ਰਿਹਾ ਵੀ ਲੋਨ ਲੈਣ ਜਾਣਾ, ਉਹ ਕਹਿੰਦੇ ਜੀ ਲਿਆਓ ਜੀ ਪ੍ਰਾਪਰਟੀ ਘਰ ਦੇ। ਸਾਡੇ ਤਾਂ ਲਾਲ ਲਕੀਰ ਦੇ ਅੰਦਰ ਪ੍ਰਾਪਰਟੀਆਂ ਨੇ, ਉਹਦੇ ਵਿੱਚ ਉਹਦੀ ਕੋਈ ਰਜਿਸਟਰੀ ਨਹੀਂ। ਹਾਲਾਂਕਿ ਆ ਪਿੱਛੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਨਾਉਂਸ ਕੀਤਾ ਸੀ ਵੀ ਉਹਨਾਂ ਦੀ ਰਜਿਸਟਰੀਆਂ ਹੋਣਗੀਆਂ, ਪਰ ਮੈਨੂੰ ਨਹੀਂ ਪਤਾ ਅੱਜ ਤੱਕ ਕਿਹੜੇ ਲੋਕਾਂ ਦੀਆਂ ਰਜਿਸਟਰੀਆਂ ਮਿਲੀਆਂ। ਸਾਡੇ ਤਾਂ ਲੋਕਾਂ ਨੂੰ ਨਹੀਂ ਮਿਲੀਆਂ। ਕਿਉਂਕਿ ਕੋਈ ਵੀ ਬੈਂਕ ਸ਼ੋਰਟੀ ਮੰਗਦੀ ਆ ਵੀ ਤੁਸੀਂ ਲੋਨ ਲੈਣਾ ਆ, ਤੁਸੀਂ ਆਪਣੀ ਕੋਈ ਜ਼ਮੀਨ ਦੀ ਸ਼ੋਰਟੀ ਜਾਂ ਸਿਕਿਉਰਿਟੀ ਦਿਓ। ਹੁਣ ਸਾਡੇ ਨਾਮ ਤੇ ਤਾਂ 2-2 ਮਰਲੇ ਦੀਆਂ ਜਗ੍ਹਾ ਨਹੀਂ ਆਪਣੇ ਨਾਮ ਤੇ, ਤਾਂ ਅਸੀਂ ਉਹ ਕਿੱਥੋਂ ਲੋਨ ਲੈਵਾਂਗੇ? ਬਿਜ਼ਨਸ ਦੀ ਸੋਚਾਂਗੇ ਤੇ ਸਾਡੀ ਉਹ ਜਿਹੜੀ ਵਿਚਾਰਧਾਰਾ, ਸਾਡੀ ਜਿਹੜੀ ਉਹ ਮਾਨਸਿਕਤਾ, ਤੁਸੀਂ ਜੇ ਅਸੀਂ ਕਹੀਏ ਫੂਲੇ ਸਾਹਿਬ ਦਾ ਤੁਸੀਂ ਪੜ੍ਹਦੇ ਹੋ ਵੀ ਵਿੱਦਿਆ ਬਿਨਾ ਮੱਤ ਗਈ, ਮੱਤ ਬਿਨਾ ਗਤੀ ਗਈ। ਹੁਣ ਉਹ ਕੋਟੇਸ਼ਨ ਪੂਰੀ ਪੜੋਗੇ ਤੁਹਾਨੂੰ ਉੱਥੋਂ ਸਾਰਾ ਪਤਾ ਲੱਗ ਜਾਏਗਾ ਵੀ ਜਿਹੜੇ ਤੁਹਾਡੀ ਬੁੱਧੀ ਦਾ ਵਿਕਾਸ ਹੀ ਨਹੀਂ ਹੋਇਆ ਤਾਂ ਤੁਸੀਂ ਉਹ ਕਿੱਦਾਂ ਜ਼ਮੀਨਾਂ, ਕਿੱਦਾਂ ਤੁਸੀਂ ਰਾਜ ਭਾਗ ਦੀਆਂ ਗੱਲਾਂ ਸੋਚ ਸਕਦੇ ਆ। ਸਾਡੇ ਲੋਕਾਂ ਨੂੰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਵੀ ਉਹ ਇੱਥੇ ਤੱਕ ਹੀ ਮੁੱਕ ਜਾਂਦਾ ਲੈਣਾ ਦੇਣਾ ਵੀ ਸਾਡਾ ਮਨਰੇਗਾ 'ਚ ਨਾਮ ਆ ਜਾਵੇ, ਸਾਡਾ ਆਟਾ ਦਾਲ ਸਕੀਮ 'ਚ ਨਾਮ ਆ ਜਾਵੇ। ਮਤਲਬ ਅਸੀਂ, ਦੂਸਰੀ ਗੱਲ ਇਹ ਵੀ ਆ ਜਿਹੜੀ ਸਕਾਲਰਸ਼ਿਪਾਂ ਆ ਜਿਹੜੀਆਂ ਵੀ ਉਹ ਸਰਕਾਰਾਂ ਦੇ ਰਹੀਆਂ, ਉਹ ਸਰਕਾਰਾਂ ਆਪਣੀ ਜੇਬ 'ਚੋਂ, ਕੋਈ ਨਿੱਜੀ ਮੁੱਖ ਮੰਤਰੀ CM ਆਪਣੀ ਨਿੱਜੀ ਪ੍ਰਾਪਰਟੀ 'ਚ ਥੋੜ੍ਹਾ ਦੇ ਰਿਹਾ। ਉਹ ਤੁਹਾਡੇ ਲੋਕਾਂ ਦਾ ਪੈਸਾ ਟੈਕਸ ਰਾਹੀਂ ਜਿਹੜਾ ਇਕੱਠਾ ਕੀਤਾ ਪੈਸਾ ਆ, ਸਰਕਾਰ ਨੂੰ ਜਿਹੜੀ ਆਮਦਨ ਉੱਥੋਂ ਦਿੱਤਾ। ਪਰ ਅਸੀਂ ਆਸਾਨਮੰਦ ਕਿਹਦੇ ਹੋ ਜਾਂਦੇ ਆ? ਉਹ ਇੱਕ ਖਾਸ ਵਿਅਕਤੀ ਦੇ ਵੀ ਇੰਨੇ ਖਰਾ ਦਿੱਤੀ ਭਾਈ, ਉਹਨੇ ਆਪਣੀ ਜੇਬ 'ਚੋਂ ਨਹੀਂ ਦਿੱਤੀ। ਹਾਂਜੀ, ਇਸੇ ਕਰਕੇ ਉਹ ਜਿਹੜੀਆਂ ਅੱਜ ਸਕੀਮਾਂ ਨੇ, ਉਹ ਅੰਬੇਡਕਰ ਸਾਹਿਬ ਦੀ ਜਿਹੜਾ ਸੰਘਰਸ਼ ਆ, ਅਸੀਂ ਗੱਲ ਕਰਦੇ ਮਹਾੜ ਤਲਾਅ ਤੋਂ ਸ਼ੁਰੂ ਹੋਇਆ, ਸੰਵਿਧਾਨ ਸਭਾ ਦੇ ਕਹਿ ਲਓ ਵੀ ਕਾਰਵਾਂ ਤੱਕ ਚੱਲਿਆ, ਤੇ ਬਾਬਾ ਸਾਹਿਬ ਨੇ ਜਿਹੜਾ ਸੰਘਰਸ਼, ਅਸੀਂ ਉਹਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ, ਉਹਦੀ ਬਦੌਲਤ ਇਹ ਸਕਾਲਰਸ਼ਿਪਾਂ ਆ ਰਹੀਆਂ, ਉਹਦੀ ਬਦੌਲਤ ਹੀ ਜੇ ਕੋਈ ਅੱਜ ਕੋਈ ਪਾਰਟੀ ਕਹਿੰਦੀ ਆ ਵੀ ਅਸੀਂ ਸ਼ਡਿਊਲ ਕਾਸਟ ਦਾ ਬੰਦਾ ਜਾਂ ਕਮਿਊਨਿਟੀ ਦੇ ਵਿੱਚੋਂ ਅਸੀਂ CM ਜਾਂ ਡਿਪਟੀ CM ਬਣਾਵਾਂਗੇ, ਤਾਂ ਉਹ ਉਹਨਾਂ ਦੇ ਸੰਘਰਸ਼ ਦੀ ਬਦੌਲਤ ਆ। ਨਹੀਂ ਤਾਂ ਤੁਹਾਡੇ ਜਿਹੜੇ ਕਹ ਲਓ MLA ਤੋਂ ਵੱਧ ਤਾਂ MP ਤੋਂ ਵੱਧ ਉਹ ਤਾਂ ਨਾਂ ਨਹੀਂ ਸੀ ਲੈਂਦੇ ਜੀ, ਹੈ ਨਾ। ਅੱਜ ਜੇ ਇਸ ਲਈ ਜਿਹੜੀ ਜ਼ਮੀਨਾਂ ਦੀ ਗੱਲ ਕੀਤੀ ਆ ਤੁਸੀਂ, ਹਿੱਸੇਦਾਰੀ ਦੀ ਗੱਲ ਕੀਤੀ ਆ, ਬਾਬਾ ਸਾਹਿਬ ਵੀ ਇਹੀ ਗੱਲ ਕਰਦੇ ਸੀ ਵੀ ਜਿੰਨਾ ਜਿਹੜੀ ਸਮਾਜ ਦਾ ਜਿੰਨੀ ਗਿਣਤੀ ਆ ਉਹਨੂੰ ਉਨੀ ਹਿੱਸੇਦਾਰੀ ਮਿਲਣੀ ਚਾਹੀਦੀ ਆ। ਤੇ ਉਹਦੇ ਵਿੱਚ ਫਿਰ ਵੀ ਉਹ ਕੁਛ ਖਾਸ ਕਮਿਊਨਿਟੀਆਂ ਫਾਇਦਾ ਲੈ ਰਹੀਆਂ ਨੇ, ਖਾਸ ਲੋਕ ਫਾਇਦਾ ਰਹੇ ਨੇ। ਅੱਜ ਲੋਨ ਦੇਖੋ ਉਹਨਾਂ ਦੇ ਛੱਡ ਦਿੱਤੇ ਜਾਂਦੇ ਬੈਂਕਾਂ ਵੱਲੋਂ, ਹੈ ਨਾ, ਮਾਫ ਕਰ ਦਿੱਤੇ ਜਾਂਦੇ। ਤੇ ਸਾਡੇ ਜੇ ਕਿਸੇ ਦਾ 10,000 ਦਾ ਲੋਨ ਆ, ਉਹਦੇ ਘਰ ਵੀ ਸੰਮਣ ਆਉਂਦੇ ਆ, ਉਹ ਮਾਫ ਕਰਨ ਦੀ ਗੱਲ ਨਹੀਂ ਜੀ, ਸਰਕਾਰ ਨੇ ਮਾਫ ਨਹੀਂ ਕੀਤਾ। ਬੋਲਦਾ ਆ ਤਾਂ ਝੱਟ ਦੇਣੀ ਦਿੰਦੇ, ਤਾਂ ਉਹ ਕਈ ਵਾਰੀ ਗਲਤ, ਤੇ ਉੱਥੇ ਆਪ ਹੀ ਕਈ ਵਾਰੀ ਅਸੀਂ ਗਲਤ ਗੱਲ ਕਰ ਬੈਠਦੇ ਹਾਂ, ਉਹ ਉਤੇਜਨਾ ਦੇ ਵਿੱਚ ਆ ਕੇ, ਉਤੇਜਿਤ ਹੋ ਕੇ। ਤਾਂ ਇਸ ਕਰਕੇ ਜਿਹੜੀਆਂ ਤੁਹਾਡੀਆਂ ਇਹ ਗੱਲ ਸੀਗੀ ਵੀ ਇਹ ਚੱਲਦੀ ਆ ਵੀ ਇਹ ਸ਼ਿੰਗਾਰ ਬਣਿਆ, ਪਰ ਸਮਾਜ ਦੇ ਜੀਵਨ ਦੇ ਵਿੱਚ ਉਹਨੂੰ ਉਤਾਰਿਆ ਨਹੀਂ। ਉਹਦੀਆਂ ਜਿਹੜੀਆਂ ਉਦੇਸ਼ਾਂ ਦੀ ਪ੍ਰਾਪਤੀ ਲਈ ਬਾਬਾ ਸਾਹਿਬ ਨੇ ਤਾਂ ਸੰਘਰਸ਼ ਸਾਨੂੰ ਸ਼ੁਰੂ ਤੋਂ ਦਿੱਤਾ ਹੋਇਆ, ਕਿਉਂਕਿ ਇਹ ਜਿਹੜੀਆਂ ਗੱਲਾਂ ਆ ਸੰਵਿਧਾਨ ਦੇ ਵਿੱਚ ਅੰਕਿਤ ਨੇ ਵੀ ਕਿੱਦਾਂ ਅਸੀਂ ਬਰਾਬਰਤਾ ਨੂੰ ਉਹਨੂੰ ਹਾਸਲ ਕਰਨਾ। ਸੰਸਦ ਨੂੰ ਕਾਨੂੰਨ ਬਣਾਉਣ ਦੀ ਅਸੀਮ ਸ਼ਕਤੀ ਆ ਵੀ ਜਿਹੜੇ ਤੁਸੀਂ ਕਹੋ ਵੀ ਜ਼ਮੀਨਾਂ ਵੰਡਣ ਦੀ ਗੱਲ ਕਰ ਲਈਏ ਤੁਸੀਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਗਮਪੁਰੇ ਦਾ ਕੰਸੈਪਟ ਆ, ਉਹਨੂੰ ਹਾਸਲ ਕਰਨ ਦੀ ਗੱਲ ਕਰੀਏ ਤਾਂ ਉਹਦੇ ਰਿਗਾਰਡਿੰਗ ਸਾਰੀਆਂ ਚੀਜ਼ਾਂ ਇਸ ਸੰਵਿਧਾਨ ਦੇ ਵਿੱਚ ਦਰਜ ਨੇ। ਜੇ ਉਹਨਾਂ ਨੂੰ ਸਰਕਾਰਾਂ ਚਾਹਣ ਤਾਂ ਕਹਿ ਲਓ ਵੀ ਕੁਝ ਮਹੀਨਿਆਂ ਸਾਲਾਂ ਦੇ ਵਿੱਚ ਉਹਨੂੰ ਹਾਸਲ ਕਰ ਸਕਦੀਆਂ ਸੀ, ਪਰ ਸਰਕਾਰਾਂ ਦੀ ਨੀਅਤ ਨਹੀਂ। ਕਿਉਂ ਕਰਨਗੀਆਂ ਜੀ? ਕਿਉਂਕਿ ਉਹਨਾਂ ਨੂੰ ਮਤਲਬ ਨਹੀਂ ਹੈਗਾ। ਉਹ ਕਹਿੰਦੇ ਜੇ ਇਹ ਲੋਕ ਅੱਜ ਖੁਸ਼ ਹੋ ਗਏ, ਕੱਲ੍ਹ ਨੂੰ ਸਾਨੂੰ ਵੋਟ ਕਿਉਂ ਦੋਗੇ? ਸਾਡੀ ਤਾਂ ਉਹ ਕਹਿ ਲਓ ਉਹਨਾਂ ਦੀਆਂ ਆਪਣੀਆਂ ਗੱਦੀਆਂ ਖੁੱਸਦੀਆਂ ਆ। ਬਿਲਕੁਲ ਜੀ, ਉਹਨਾਂ ਦੀਆਂ ਗੱਦੀਆਂ ਖੁੱਸਦੀਆਂ। ਉਹਨਾਂ ਦਾ ਬੇਗਮਪੁਰਾ ਵਸਿਆ ਹੋਇਆ, ਉਹ ਰਾਜ ਭਾਗ ਦੇ ਇਸ ਵੇਲੇ ਮਾਣ ਰਹੇ ਨੇ, ਉਹਨਾਂ ਨੂੰ ਕੋਈ ਲੋੜ ਨਹੀਂ ਹੈ। ਕਾਨੂੰਨ, ਹੱਕ, ਅਧਿਕਾਰ ਜਾਣਨ ਦੇ ਲਈ ਦੇਸ਼ ਦੇ ਆਮ ਸਧਾਰਨ ਲੋਕਾਂ ਨੂੰ ਅੱਜ ਗਿਆਨਵਾਨ ਹੋਣ ਦੀ ਲੋੜ ਹੈ। ਅੱਜ ਇਹ ਸੰਵਿਧਾਨ ਜਿਹੜੇ ਅਨੁਵਾਦ ਕਰ ਕਰਕੇ ਹਰ ਇੱਕ ਦੇ ਹੱਥ ਤੱਕ ਪਹੁੰਚਾਇਆ ਜਾ ਰਿਹਾ, ਇਹਨੂੰ ਪੜ੍ਹਨ ਦੀ ਲੋੜ ਹੈ। ਕੱਲਾ ਸ਼ਿੰਗਾਰ ਹੀ ਨਹੀਂ, ਕੱਲਾ ਇੱਕ ਧਾਰਮਿਕ ਕਿਤਾਬ ਦੀ ਤਰ੍ਹਾਂ ਪੂਜਣਯੋਗ ਹੀ ਨਹੀਂ, ਮੱਥੇ ਟੇਕਣ ਨਾਲ ਕੁਝ ਨਹੀਂ ਬਣਨ ਵਾਲਾ। ਇਹਨੂੰ ਪੜ੍ਹਨ ਦੀ ਲੋੜ ਹੈ, ਤਦ ਹੀ ਅਧਿਕਾਰ ਜਿਹੜੇ ਆ ਅਸੀਂ ਜਾਣੂ ਹੋਵਾਂਗੇ, ਤਦ ਹੀ ਦੇਸ਼ ਦੇ ਅੰਦਰ ਬਰਾਬਰਤਾ, ਤਦ ਹੀ ਦੇਸ਼ ਦੇ ਜਿਹੜੇ ਦੇਸ਼ ਭਗਤ ਨੇ, ਜਿਹੜੇ ਰਹਿਬਰ ਨੇ, ਗੁਰੂ ਸਾਹਿਬਾਨ ਲੰਬੇ ਸਮੇਂ ਤੋਂ ਸਾਡੇ ਲਈ ਲੜਾਈ ਲੜਦੇ ਆ ਰਹੇ ਕਿ ਦੇਸ਼ ਬਰਾਬਰ ਹੋਵੇ, ਸਮਾਜ ਦੇ ਲੋਕ ਬਰਾਬਰ ਹੋ, ਗਰੀਬ ਲੋਕ ਵੀ ਉੱਚੇ ਬਰਾਬਰ ਆਉਣ, ਉਹਨਾਂ ਨੂੰ ਵੀ ਹੱਕ ਅਧਿਕਾਰ ਮਿਲਣ ਤੇ ਦੇਸ਼ ਗਿਆਨਵਾਨ ਹੋਵੇ। ਤਦ ਹੀ ਲੋਕ ਜਾਗਰੂਕ ਹੋਣਗੇ, ਅਧਿਕਾਰ ਮਾਣ ਸਕਣਗੇ ਜੇ ਅਸੀਂ ਇਹ ਗਿਆਨ ਹਾਸਲ ਕਰਾਂਗੇ। ਆਖਰ ਤੇ
ਕਜਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। 1 ਮਿੰਟ ਦੇ ਲਈ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਦਰਸ਼ਕਾਂ ਨੂੰ ਮੇਰਾ ਇਹੀ ਆ ਕਿ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਨੇ ਜਿਹੜਾ ਇਹ ਕਾਰਵਾਂ ਸਾਨੂੰ ਦਿੱਤਾ, ਇਹ ਬੁੱਧਾ ਤੋਂ ਲੈ ਕੇ ਸਾਹਿਬ ਕਾਂਸ਼ੀ ਰਾਮ ਤੱਕ ਜਿੰਨੇ ਸਾਡੇ ਮਹਾਪੁਰਸ਼ ਨੇ, ਸਤਿਗੁਰੂ ਰਵਿਦਾਸ ਜੀ ਮਹਾਰਾਜ, ਕਬੀਰ ਜੀ ਮਹਾਰਾਜ, ਨਾਮਦੇਵ ਜੀ ਮਹਾਰਾਜ, ਮਤਲਬ ਜਿੰਨੇ ਵੀ ਸਾਡੇ ਬਹੁਜਨ ਮਹਾਪੁਰਸ਼ ਹੋਏ ਨੇ, ਉਹਨਾਂ ਦਾ ਸੰਘਰਸ਼ ਨਿਚੋੜ ਕੇ ਸੰਵਿਧਾਨ ਦੇ ਵਿੱਚ ਅੰਕਿਤ ਕਰਨ ਦੀ ਆਪਣੀ ਪੂਰੀ ਵਾਹ ਲਾਈ ਆ। ਜਿਹੜਾ ਸਮਾਨਤਾ, ਸੁਤੰਤਰਤਾ, ਭਾਈਚਾਰੇ ਦੀ ਗੱਲ ਕਰਦੇ ਆ, ਇਹੀ ਗੁਰੂ ਰਵਿਦਾਸ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ, ਹੀ ਗੁਰੂ ਨਾਨਕ ਸਾਹਿਬ ਨੇ ਕਿਹਾ। ਉਹੀ ਜਾਤ ਪਾਤ ਨੂੰ ਖਤਮ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਮਤਲਬ ਸਾਡੇ ਜਿੰਨੇ ਮਹਾਪੁਰਸ਼ ਹੋਏ ਨੇ ਅੱਜ ਤੱਕ, ਸਾਹਿਬ ਕਾਂਸ਼ੀ ਰਾਮ ਨੇ ਵੀ ਉਸ ਮਤਲਬ ਕਨਸੈਪਟ ਨੂੰ, ਕਿਉਂਕਿ ਜਦੋਂ ਮੈਂ ਕਈ ਵਾਰੀ ਪੜ੍ਹਦਾ ਆ, ਇਹ ਕਿਹਾ ਵੀ ਜਦੋਂ ਸਾਹਿਬ ਕਾਂਸ਼ੀ ਰਾਮ ਨੂੰ ਪੁੱਛਿਆ ਵੀ ਤੁਹਾਡਾ ਮੈਨੀਫੈਸਟੋ ਕੀ ਆ, ਤਾਂ ਉਹ ਕਹਿੰਦੇ ਸਾਡਾ ਗੁਰੂ ਗ੍ਰੰਥ ਸਾਹਿਬ। ਤਾਂ ਮਤਲਬ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ ਜਿਹੜੀ ਸਾਡਾ ਜਿਹੜਾ ਉਦੇਸ਼ ਆ ਉਹ ਸੰਵਿਧਾਨ ਦੇ ਵਿੱਚ ਉਹ ਅੰਕਿਤ ਹੈ ਜੀ। ਤੇ ਬੁੱਧਾ ਤੋਂ ਲੈ ਕੇ ਤਥਾਗਤ ਗੌਤਮ ਬੁੱਧ ਤੋਂ ਲੈ ਕੇ ਸਾਹਿਬ ਕਾਂਸ਼ੀ ਰਾਮ ਤੱਕ ਸਾਡਾ ਇਹ ਮਾਰਗ ਸਾਨੂੰ ਦੱਸ ਕੇ ਗਏ ਨੇ। ਸੰਵਿਧਾਨਕ ਤਰੀਕਿਆਂ ਦੇ ਨਾਲ ਅਸੀਂ ਹਾਸਲ ਕਰ ਸਕਦੇ ਨੇ, ਕਿਉਂਕਿ ਮੇਰਾ ਵੀ ਇਹ ਬਹੁਤ ਸਾਰੇ ਵਿਦਵਾਨ ਦੇ ਨਾਲ ਮੈਂ ਸਹਿਮਤ ਹਾਂ, ਅਸੀਂ ਮੰਨਦੇ ਹਾਂ ਉਹਨਾਂ ਦੇ, ਕਿਉਂਕਿ ਵਿਦਵਾਨ ਕਦੀ ਵੀ ਬਹੁਤ ਆਪਣੇ ਜੀਵਨ ਦਾ ਨਿਚੋੜ ਕੱਢ ਕੇ ਦੱਸਦੇ, ਕਿਉਂਕਿ ਉਹ ਕਹਿੰਦੇ ਵੀ ਜਿਹੜਾ ਪਰਿਵਰਤਨ ਤੁਸੀਂ ਕਲਮ ਤੇ ਗਿਆਨ ਨਾਲ ਲਿਆ ਸਕਦੇ ਹੋ, ਤਲਵਾਰਾਂ ਨਾਲ, ਹਥਿਆਰਾਂ ਨਾਲ ਕਦੀ ਨਹੀਂ ਆਉਣਾ। ਜੋ ਇਸ ਲਈ ਤੁਸੀਂ ਦੇਖਦੇ ਹੋ ਵੀ ਬਹੁਤ ਸਾਰੇ ਜਦੋਂ ਡਿਗਨਿਟਰੀਜ਼ ਆਉਂਦੇ ਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਦੇਸ਼ ਨੂੰ ਅੱਜ ਬੁੱਧ ਦੀ ਜ਼ਰੂਰਤ ਆ, ਯੁੱਧ ਦੀ ਨਹੀਂ ਜੀ। ਤਾਂ ਇਸ ਲਈ ਜਿਹੜਾ ਬੁੱਧ ਦਾ ਮਾਰਗ ਆ, ਉਹ ਸਾਡੇ ਰਹਿਬਰਾਂ ਦਾ ਮਾਰਗ ਆ, ਉਹੀ ਸਾਡੇ ਗੁਰੂ ਰਵਿਦਾਸ ਮਹਾਰਾਜ ਦਾ ਮਾਰਗ ਆ, ਉਹੀ ਸਾਡੇ ਨਾਮਦੇਵ ਜੀ ਦਾ, ਕਬੀਰ ਜੀ ਦਾ ਪਖੰਡਵਾਦ ਦੇ ਖਿਲਾਫ ਇੱਕ ਲੜਾਈ ਆ। ਤਾਂ ਮੇਰੀ ਇਹ ਅੱਜ ਅਪੀਲ ਆ ਵੀ ਇਸ ਸੰਵਿਧਾਨ ਦਿਵਸ 'ਤੇ ਚਾਹੇ ਤੁਸੀਂ ਉਹ 26 ਜਨਵਰੀ ਨੂੰ ਸੈਲੀਬ੍ਰੇਟ ਕਰੋ, ਚਾਹੇ ਤੁਸੀਂ ਉਹ 26 ਨਵੰਬਰ ਨੂੰ ਕਰੋ, ਕਿਉਂਕਿ ਸਾਡੇ ਲਈ ਤਾਂ ਦੋਨੇ ਦਿਨ ਮਹੱਤਵਪੂਰਨ ਨੇ। ਕਿਉਂਕਿ ਸੰਵਿਧਾਨ ਅਡੋਪਟ ਕਰ ਲਿਆ ਗਿਆ, ਪਾਸ ਕਰ ਲਿਆ ਗਿਆ 26 ਨਵੰਬਰ 1949 ਨੂੰ, ਤੇ 26 ਜਨਵਰੀ 1950 ਤੋਂ ਲਾਗੂ ਪੂਰਨ ਰੂਪ 'ਚ ਲਾਗੂ ਹੋ ਗਿਆ। ਸਾਡੇ ਲਈ ਤਾਂ ਦੋਨੇ ਦਿਨ ਮਹੱਤਵਪੂਰਨ ਨੇ, ਤੇ ਦੋਨਾਂ ਦਿਨਾਂ ਨੂੰ ਮਤਲਬ ਬਾਬਾ ਸਾਹਿਬ ਨੂੰ ਯਾਦ ਕਰਦੇ ਰਹਿਣਾ, ਸਾਡੇ ਮਹਾਪੁਰਸ਼ਾਂ ਨੂੰ ਯਾਦ ਕਰਦੇ ਰਹਿਣਾ, ਤੇ ਉਹਨਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲਣਾ ਹੀ ਸਾਡਾ ਸੰਦੇਸ਼ ਹੈ ਮੇਰਾ। ਤੇ ਕਿਉਂਕਿ ਸਾਨੂੰ ਇਹ ਸੰਦੇਸ਼ ਸਾਡੇ ਮਹਾਪੁਰਸ਼ਾਂ ਨੇ ਦਿੱਤਾ ਹੈ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ। ਜੈ ਭੀਮ, ਜੈ ਗੁਰਦੇਵ। ਜੈ ਭੀਮ, ਜੈ ਭਾਰਤ, ਨਮੋ ਬੁੱਧਾਏ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਕਾਂਚੀ TV। ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਖਾਸ ਵਿਚਾਰ ਲੈ ਕੇ। ਧੰਨਵਾਦ ਜੀ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ TV। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ TV।